ਗਿਆ ਜੀ। खास करके साडी संघी ते फर्क ना पाउंदे ने सो आम पंजाबी आम किसान नहीं होंदे। ਵੱਡੇ ਪੱਧਰ ਤੇ ਅਗਰ ਗੱਲ ਕਰੀਏ ਤਾਂ ਪੰਜਾਬੀ ਸਿੰਗਰ ਤੇ ਰਾਜਨੀਤਿਕ ਪਾਰਟੀਆਂ ਵੀ ਇੱਥੇ ਪਹੁੰਚ ਰਹੀਆਂ ਨੇ। शुरू करते तकरीबन सारे ही आ रहे हैं जी। भाई हक हुणे आ गए ने बॉलीवुड तो भाई दलजीत कलसी बैठे ने हसनी देव भाई लखा साना थोड़ा वो कहना लाइक करता 40 ਤੋਂ 50 ਦੇ ਕਰੀਬ लाइक करता जो कि सारे ऑन द वे ने पहुंच रहे हैं। मैं ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ ਇਸ ਵਕਤ ਅਸੀਂ ਸ਼ੰਭੂ ਗੈਲਰੀ ਤੇ ਮੌਜੂਦ ਹਾਂ। ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਨੌਜਵਾਨ ਪਹੁੰਚਣੇ ਸ਼ੁਰੂ ਹੋ ਗਏ ਨੇ। ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਇੱਥੇ ਯੂਥ ਵੱਡੀ ਗਿਣਤੀ ਦੇ ਵਿੱਚ ਪਹੁੰਚੇਗਾ। ਵੱਖ-ਵੱਖ ਆਗੂ ਜਿਹੜੇ ਨੇ, ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ, ਜਿਨ੍ਹਾਂ ਨੂੰ ਪਹਿਚਾਣਦੇ ਨੇ, ਉਹ ਲੋਕ ਵੀ ਇੱਥੇ ਪਹੁੰਚਣਗੇ ਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆਗੂ, ਕਿਸਾਨ ਜਥੇਬੰਦੀਆਂ ਉਹ ਪਹੁੰਚ ਰਹੀਆਂ ਨੇ। ਬਹੁਤ ਸਾਰੇ ਧਾਰਮਿਕ ਆਗੂ ਵੀ ਇੱਥੇ ਪਹੁੰਚ ਰਹੇ ਨੇ। ਇੱਥੇ ਸਟੇਜ ਲਾ ਕੇ ਇੱਥੇ ਹੀ ਜਿਹੜੀ ਸਾਰੀ ਅਗਵਾਈ ਕੀਤੀ ਜਾਵੇਗੀ। ਕੁਝ ਕਲਾਕਾਰ ਵੀ ਜਿਹੜੇ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ। ਤੇ ਇੱਕ ਵੱਡੀ ਗੱਲ ਇਹ ਵੀ ਹੈ ਕਿ ਇਸ ਪੂਰੇ ਬੈਰੀਅਰ ਦੇ ਵਿੱਚ ਜਿੱਥੇ ਧਰਨਾ ਲਾਇਆ ਜਾ ਰਿਹਾ, ਇੱਥੇ ਖਾਲਸਾ ਏਡ ਦੀ ਟੀਮ ਵੀ ਪਹੁੰਚੀ ਹੋਈ ਹੈ। ਖਾਲਸਾ ਏਡ ਦੇ ਦੇਖ ਸਕਦੇ ਹੋ ਵਲੰਟੀਅਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਇਹ ਵਲੰਟੀਅਰ ਵੀ ਜਿਹੜੇ ਨੇ ਪੂਰੀ ਸੇਵਾ ਜਿਹੜੀ ਆ ਉਹ ਸਾਰੇ ਜਿੰਨੇ ਵੀ ਇੱਥੇ ਧਰਨੇ ਦੇ ਵਿੱਚ ਲੋਕ ਸ਼ਾਮਿਲ ਹੋਣਗੇ ਉਹਨਾਂ ਨੂੰ ਭੋਜਨ ਦਾ ਪ੍ਰਬੰਧ ਜਿਹੜਾ ਆ ਖਾਲਸਾ ਏਡ ਦੇ ਕਰਕੇ ਦੇਣਗੇ ਤੇ ਖਾਲਸਾ ਏਡ ਦੇ ਵੱਲੋਂ ਵੀ ਇਹ ਪ੍ਰਬੰਧ ਕੀਤੇ ਗਏ ਨੇ। ਸੋ ਆਪ ਕੁੱਲ ਮਿਲਾ ਕੇ ਦੇਖਿਆ ਜਾਵੇ ਤੁਸੀਂ ਇਸ ਧਰਨੇ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਿਲ ਨੇ ਇਸ ਵੇਲੇ, ਉਹ ਲੋਕ ਜਿਹੜੇ ਇੱਥੇ ਪਹੁੰਚ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨਗੇ, ਕਿਉਂਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਸਫਲ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਅੱਜ ਕੀਤੀ ਜਾ ਰਹੀ ਹੈ। 25 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਉਸ ਕਾਲ ਦੇ ਜ਼ਰੀਏ ਹੀ ਅੱਜ ਇੱਥੇ ਧਰਨਾ ਦਿੱਤਾ ਜਾ ਰਿਹਾ। ਵੱਖ-ਵੱਖ ਥਾਵਾਂ 'ਤੇ ਧਰਨੇ ਦਿੱਤੇ ਜਾਣਗੇ। ਦੱਸਦੇ ਕਿ 3 ਆਰਡੀਨੈਂਸ ਜਿਹੜੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਰੋਸ ਲਗਾਤਾਰ ਵੱਧਦਾ ਜਾ ਰਿਹਾ ਪੰਜਾਬ ਦੇ ਵਿੱਚ। ਖਾਸ ਕਰਕੇ ਜਿੰਨੇ ਵੀ ਖੇਤੀ ਪ੍ਰਧਾਨ ਸੂਬੇ ਨੇ ਉਹਨਾਂ ਦੇ ਵਿੱਚ ਇਹ ਰੋਸ ਜਿਹੜਾ ਆ ਉਹ ਉਗਰ ਹੁੰਦਾ ਜਾ ਰਿਹਾ। ਇਹਦੇ ਨਤੀਜੇ ਜਿਹੜੇ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਵੀ ਮਿਲਣ, ਕਿਉਂਕਿ ਕੇਂਦਰ ਸਰਕਾਰ ਆਪਣੇ ਇਰਾਦੇ ਤੋਂ ਟਸ ਤੋਂ ਮਸ ਨਹੀਂ ਹੋ ਰਹੀ। ਕੇਂਦਰ ਸਰਕਾਰ ਹਾਲੇ ਵੀ ਇਹ ਕਹਿ ਰਹੀ ਹੈ ਕਿ ਉਹਨਾਂ ਦੇ ਵੱਲੋਂ ਪਾਸ ਕੀਤੇ ਗਏ ਕਾਨੂੰਨ ਜਿਹੜੇ ਨੇ, ਜਿਹੜੇ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕੇ ਨੇ, ਉਹ ਬਿਲਕੁਲ ਸਿੱਧੇ ਤੌਰ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਪਰ ਕਿਸਾਨ ਜਿਹੜੇ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਕਾਨੂੰਨ ਜਿਹੜੇ ਨੇ ਉਹਨਾਂ ਦੇ ਹੱਕ ਵਿੱਚ ਨਹੀਂ। ਉਹਨਾਂ ਦਾ ਖੇਤੀਬਾੜੀ ਨੂੰ ਖੋਹਣ ਦੀ ਜਿਹੜੀ ਹੈ ਉਹਨਾਂ ਦੇ ਕੋਲੋਂ ਕੋਸ਼ਿਸ਼ ਹੋ ਰਹੀ ਹੈ। ਨਿੱਜੀਕਰਨ ਹੋ ਜਾਵੇਗਾ ਤਾਂ ਉਸ ਦੇ ਨਤੀਜੇ ਪਹਿਲਾਂ ਹੀ ਬਿਹਾਰ ਜਾਂ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਭੁਗਤੇ ਜਾ ਚੁੱਕੇ ਨੇ। ਤੇ ਇਸ ਵੇਲੇ ਜੇ ਇਹਨਾਂ ਦੀ ਗੱਲ ਕਰੀਏ ਤਾਂ ਇਹ ਨਤੀਜੇ ਹੋਰ ਭਿਆਨਕ ਹੋ ਸਕਦੇ ਨੇ, ਕਿਉਂਕਿ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਮੁਤਾਬਕ ਤਾਂ ਪੰਜਾਬ ਦੇ ਵਿੱਚ ਹਾਲਾਤ ਪਹਿਲਾਂ ਨਾਲੋਂ ਬਾਕੀ ਜਿਹੜੀਆਂ ਸਟੇਟਾਂ ਨੇ ਉਹਨਾਂ ਨਾਲੋਂ ਵੱਖਰੇ ਨੇ। ਇੱਥੇ ਆਮਦਨ ਕਿਸਾਨਾਂ ਦੀ ਜਿਹੜੀ ਹੈ ਉਹ ਪ੍ਰਤੀ ਮਹੀਨਾ 23,000 ਹੈ, ਬਾਕੀ ਸੂਬਿਆਂ ਦੇ ਨਾਲੋਂ ਕਿਤੇ ਚੰਗੀ ਹੈ। ਤਾਂ ਇਸ ਕਰਕੇ ਜੇ ਪੰਜਾਬ ਦਾ ਮੰਡੀਕਰਨ ਸਿਸਟਮ ਖਤਮ ਹੋ ਜਾਂਦਾ ਤਾਂ ਉਸਦੇ ਨਤੀਜੇ ਜਿਹੜੇ ਨੇ ਹੋਰ ਖਤਰਨਾਕ ਹੋ ਸਕਦੇ ਨੇ। ਵੱਖ-ਵੱਖ ਆਗੂ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ। ਵੱਖ-ਵੱਖ ਨੌਜਵਾਨ ਜਥੇਬੰਦੀਆਂ ਧੜੇ ਬਣਾ ਕੇ ਇੱਥੇ ਪਹੁੰਚ ਰਹੀਆਂ ਨੇ। ਗੈਰ ਸਿਆਸੀ ਧਰਨਾ ਦੱਸਿਆ ਜਾ ਰਿਹਾ ਤੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਇੱਥੇ ਸਿਆਸਤ ਦੀ ਕੋਈ ਗੱਲ ਨਹੀਂ ਹੋਵੇਗੀ, ਸਿਰਫ ਤੇ ਸਿਰਫ ਨਿਰੋਲ ਕਿਸਾਨਾਂ ਦੇ ਹੱਕ ਦੀ ਗੱਲ ਹੋਵੇਗੀ। ਜਿੰਨੇ ਵੀ ਆਗੂ ਪਹੁੰਚਣਗੇ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਨਗੇ। ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਨਾਅਰਾ ਜਿਹੜਾ ਆ ਉਹ ਇੱਥੇ ਨਹੀਂ ਲਾਇਆ ਜਾਵੇਗਾ ਤੇ ਸਾਫ਼ ਤੌਰ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਆ ਬੁਲੰਦ ਕੀਤੀ ਜਾਵੇਗੀ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ। ਵੱਖ-ਵੱਖ ਧਾਰਮਿਕ ਆਗੂ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਇੱਥੇ, ਉਹ ਵੀ ਆਪਣੀ ਬਿਆਨਬਾਜ਼ੀ ਕਰਨਗੇ। ਇੱਥੇ ਜਿੰਨੇ ਵੀ ਆਗੂ ਨੇ ਇੱਕ ਟਰਾਲੀ ਲਗਾ ਕੇ ਉੱਪਰ ਸਪੀਕਰ ਲਗਾ ਕੇ ਸਟੇਜ ਬਣਾ ਲਈ ਗਈ ਹੈ। ਤਾਂ ਇੱਥੋਂ ਹੀ ਹੁਣ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਵੇਗੀ। ਜਿਹੜਾ ਵੀ ਪ੍ਰਬੰਧ ਆ ਜਾਂ ਪ੍ਰੋਗਰਾਮ ਆ ਉਹ ਇੱਥੋਂ ਹੀ ਦੱਸਿਆ ਜਾਵੇਗਾ। ਤੇ ਕਿਸਾਨ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਲੋਕ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ। ਸਾਡੇ ਸਰਕਾਰ ਪਹੁੰਚੇ ਨੇ ਬਾਈ ਦਲਜੀਤ ਕਲਸੀ ਜੀ। ਤੋਂ ਦਲਜੀਤ ਭਾਈ ਨੂੰ ਬੇਨਤੀ ਹੈ, ਦਲਜੀਤ ਕਲਸੀ ਜਿਹੜੇ ਕਲਾਕਾਰ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਉਹ ਹੁਣ ਜਿਹੜੇ ਇੱਥੇ ਜਿੰਨੇ ਵੀ ਪਹੁੰਚੇ ਹੋਏ ਸੱਜਣ ਨੇ ਉਹਨਾਂ ਨੂੰ ਸੰਬੋਧਨ ਕਰਨ ਜਾ ਰਹੇ ਨੇ। ਚਲੋ ਮੈਂ ਇੱਕ ਨਾਰਾ ਲਾਉਂਗਾ, ਤੁਸੀਂ ਸਾਥ ਦੇਣਾ ਹੈ। ਮੈਂ ਕਹੂੰਗਾ ਦਿੱਲੀਏ ਤੇਰੇ ਕੰਮ ਨਿਕੰਮੇ, ਤੁਸੀਂ ਕਹਿਣਾ ਫੇਰ ਕਹਿਣਾ ਬਾਕੀ ਜੰਮੇ। ਦਿੱਲੀਏ ਤੇਰੇ ਕੰਮ ਨਿਕੰਮੇ, ਦਿੱਲੀਏ ਤੇਰੇ ਕੰਮ ਨਿਕੰਮੇ, ਨੀ ਦਿੱਲੀਏ ਤੇਰੇ ਕੰਮ ਨਿਕੰਮੇ। ਮੋਦੀ ਸਰਕਾਰ, ਮੋਦੀ ਸਰਕਾਰ। ਮੈਂ ਕਹੂੰਗਾ
ਪੰਜਾਬ 'ਚ ਵੜ ਨਹੀਂ ਦੇਣੇ। ਅੰਡਾਨੀ ਅੰਬਾਨੀ ਡੱਕਾਂਗੇ, ਤੁਸੀਂ ਕਹਿਣਾ ਧੌਣ ਤੇ ਗੋਡਾ ਰੱਖਾਂਗੇ। ਅੰਬਾਨੀ ਅੰਡਾਨੀ ਡੱਕਾਂਗੇ, ਸਾਰੇ ਵੀ ਜਿੰਨੇ ਵੀ ਹੋ ਯਾਰ ਸਾਰੇ ਅੰਬਾਨੀ ਅੰਡਾਨੀ ਡੱਕਾਂਗੇ। सेंटर सरकार मोदी सरकार दिल्ली तेरे काम निकम्मे। तो मैं भाई कासिम बेनती हूँ तो पहला तो सारे सत श्री अकाल जी। फोन ही करन ते मैनूं लगदा ਆਪਾਂ ਰਾਤੀ ਵੈਸੇ ਗੱਲਾਂ ਕਰਦੇ ਸੀਗੇ ਕਿ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਮੋਦੀ ਖਿਲਾਫ, ਮੋਦੀ ਸਰਕਾਰ ਦੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਬਣ ਰਹੀ ਹੈ। ਔਰ ਇਸ ਮੁਹਿੰਮ ਦਾ ਫਾਇਦਾ ਇਹ ਹੈ ਸਭ ਤੋਂ ਵੱਡਾ ਮੇਰੇ ਹਿਸਾਬ ਨਾਲ ਕਿ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਰਹੀਆਂ। ਪੋਲੀਟੀਕਲ ਪਾਰਟੀ ਉਹਨਾਂ ਦਾ ਸਟੈਂਡ ਜਿਹੜਾ ਹੈਗਾ ਆਮ ਬੰਦੇ ਦੀ ਨਜ਼ਰ ਦੇ ਵਿੱਚ ਕਲੀਅਰ ਹੋ ਰਿਹਾ। ਆਮ ਬੰਦੇ ਨੂੰ ਅੱਜ ਪਤਾ ਚੱਲ ਰਿਹਾ ਕਿ ਅਕਾਲੀ ਕਿੱਥੇ ਖੜੇ ਹੈ, ਬੀਜੇਪੀ ਕਿੱਥੇ ਖੜੀ ਹੈ, ਕਾਂਗਰਸ ਕਿੱਥੇ ਖੜੀ ਹੈ, ਆਪ ਵਾਲੇ ਕਿੱਥੇ ਖੜੇ ਨੇ। ਨਾ ਸਿਰਫ ਪੋਲੀਟੀਕਲ ਪਾਰਟੀ, ਕਲਾਕਾਰ ਕਿੱਥੇ ਖੜੇ ਨੇ, ਜਿਹੜੇ ਨਾਲ ਆਏ ਨੇ। ਰਣਜੀਤ ਬਾਵਾ ਭਾਈ ਇੱਕਦਮ ਖੁੱਲ ਕੇ ਨਾਲ ਆਏ, ਐਵੇਂ ਵਿਰਕ ਭਾਜੀ ਖੁੱਲ ਕੇ ਨਾਲ ਆਏ, ਹੋਰ ਬਹੁਤ ਸਾਰੇ। ਇੱਕ ਬਾਲੀਵੁੱਡ ਤੋਂ ਇੱਕ ਕੰਗਨਾ ਰਣੌਤ ਕਰਕੇ ਜਿਹੜੀ ਹੈਗੀ ਹੈ ਉਹ ਅੱਤਵਾਦੀ ਦੱਸਦੀ ਹੈ। ਸ਼ਾਇਦ ਇਸ ਤੋਂ ਪਹਿਲਾਂ ਕਈਆਂ ਨੂੰ ਲੱਗਦਾ ਹੋਵੇਗਾ ਕਿ ਯਾਰ ਉਹ ਬੜੀ ਸਹੀ ਆ, ਲੇਕਿਨ ਆਹ ਸਟੇਟਮੈਂਟ ਤੋਂ ਬਾਅਦ ਉਹਨਾਂ ਨੂੰ ਕਲੀਅਰ ਹੋ ਗਿਆ ਹੋਣਾ ਕਿ ਉਹ ਕੀ ਕਹਿਣਾ ਚਾਹੁੰਦੀ ਹੈ, ਕੀ ਉਹਨਾਂ ਦਾ ਸਟੈਂਡ ਹੈ। ਜਾਂ ਪਿੱਛੇ ਜੇ ਹੁਣੇ ਅਨੁਪਮ ਖੇਰ ਨੇ ਕੁਝ ਲਿਖਿਆ ਸੀਗਾ, ਬਹੁਤ ਸਾਰੇ ਇਦਾਂ ਦੇ ਕਲਾਕਾਰ ਸੀ ਜਿਹੜੇ ਕਲੀਅਰ ਹੋਏ ਕਿ ਉਹ ਕਿੱਥੇ ਖੜੇ ਆ। ਲੋਕ ਖੜੇ ਹੋਏ, ਲੋਕ ਕਲੀਅਰ ਹੋਏ। ਔਰ ਇਹ ਜਿਹੜੀ ਮੁਹਿੰਮ ਹੈ ਇਹ ਅੱਜ ਇਹ ਨਹੀਂ ਕਿ ਫਾਈਨਲ ਹੈ, ਇਹ ਰੁਕਣੀ ਨਹੀਂ ਚਾਹੀਦੀ। ਜਿੱਦਾਂ ਇਸ ਦਾ ਜਿਹੜਾ ਸਾਡਾ ਮੁਕਾਬਲਾ ਹੈ ਇਹ ਮੋਦੀ ਦੇ ਨਾਲ ਹੈ, ਜਿਹੜਾ ਕਿ ਸਿਰੇ ਦਾ ਢੀਠ ਹੈ। ਪਿੱਛੇ ਜੇ ਉਹਨੇ ਪੰਜਾਬੀ ਵਿੱਚ ਟਵੀਟ ਕੀਤਾ, ਪਹਿਲੀ ਵਾਰ ਉਹਨੇ ਕਿਸੇ ਹੋਰ ਭਾਸ਼ਾ ਦੇ ਵਿੱਚ ਟਵੀਟ ਕੀਤਾ। ਉਹਨੇ ਟਵੀਟ ਕਿਉਂ ਕੀਤਾ? ਕਿਉਂਕਿ ਆਵਾਜ਼ ਜਾਣੀ ਸ਼ੁਰੂ ਹੋ ਗਈ। ਹਾਲੇ ਆਵਾਜ਼ ਆ ਰਹੀ ਹੈ ਕਿ ਆਖਰੀ ਦਿਨ ਹੈ ਸਾਡਾ, ਇੱਥੋਂ ਸ਼ੁਰੂ ਹੁੰਦਾ, ਇੱਥੋਂ ਇੱਕ ਮੁਹਿੰਮ ਸ਼ੁਰੂ ਹੁੰਦੀ ਹੈ। ਇਹ ਮੁਹਿੰਮ ਮੋਦੀ ਸਰਕਾਰ ਦਾ ਅੰਤ ਦਾ ਸ਼ੁਰੂਆਤ ਵੀ ਹੈ। ਬਹੁਤ ਸਾਰੀਆਂ ਚੀਜ਼ਾਂ ਦਿਮਾਗ ਦੇ ਵਿੱਚ ਹੈਗੀਆਂ ਬੋਲਣ ਨੂੰ। ਮੇਰੇ ਖਿਆਲ ਮੈਂ ਦੁਬਾਰਾ ਆਉਂਗਾ, ਦੁਬਾਰਾ ਬੋਲਦਾ। ਕਲਸੀ ਭਾਈ ਉਹਨਾਂ ਦਾ ਧੰਨਵਾਦ, ਦੁਬਾਰਾ ਫੇਰ ਮਾਈਕ ਤੇ ਆਉਣਗੇ। ਸੋ ਬੇਨਤੀ ਹੈ ਵੀ ਜਿਹੜੇ ਆਪਾਂ ਖੜੇ ਹੋ ਆਪਣਾ ਆਪਦਾ ਧਰਨਾ ਹੈ, ਪਲੀਜ਼ ਇਹ ਦਰੀਆਂ ਆਪਣੇ ਲਈ ਨੇ, ਆਓ ਬੈਠੀਏ ਵਿਰਾਜਮਾਨ ਹੋ ਜੀ। ਬੇਨਤੀ ਹੈ ਜੀ, ਆ ਜਾਓ ਪਲੀਜ਼, ਆਓ ਸਾਰੇ ਬੈਠੋ। ਫਿਰ ਆ ਜਾਓ ਵੀਰੇ, ਆ ਜਾਓ ਯਾਰ, ਆਓ ਵਿਚਕਾਰ ਜਗ੍ਹਾ ਖਾਲੀ ਪਈ ਉੱਥੇ ਬੈਠੋ ਪਲੀਜ਼। ਆ ਜਾਓ ਵੀਰੇ, ਆ ਜਾਓ। ਬਾਰ-ਬਾਰ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ, ਬੇਨਤੀ ਹੈ ਯਾਰ, ਬਹਿ ਜੀ ਆਪਾਂ। तो अगली जे गल करिए सेंटर सरकार की, शायद उन्होंने भुलेखा है कि तुहाडा खून ठंडा हो गया। पंजाबियों तुसीं नशे ते लग गए, नशे ने साडे पिंडां दी नौजवानी मारती। ये भुलेखा कढण लई अज असीं इत्थे इकट्ठे होए हां, तां जो जिहड़े दिल्ली वाले बैठे ने उन्हां दा भुलेखा दूर कर दईए कि साडी रगा दे विच अज भी करतार सिंह सराभा, ऊधम सिंह, भगत सिंह, राजगुरु सुखदेव का खून अज भी दौड़ता है। ये तां ही पॉसिबल है जे तुसीं साथ दिंदे हो, जे पंजाब का यूथ जागदा है। अज तक शायद जे मीडिया वाले भी फिरते ने, तुहानूं सब नूं पता है कि जदों भी कोई लहर उठी है उहदे विच पंजाबियों का अहम योगदान रहा है। जिन्नियां भी कुर्बानियां दित्तियां ने, कुर्बानियां पंजाबियों ने हदों वध दित्तियां ने। असीं ओह पंजाबी हां। सो हजे भी तुसीं घरां 'च बैठे हो तो
ਬਹੁਤ ਮਾੜੀ ਗੱਲ ਹੈ। ਜੇ ਤੁਹਾਨੂੰ ਲੱਗਦਾ ਕਿ ਅਸੀਂ ਸੇਫ ਹਾਂ, ਇਹ ਗੱਲ ਸ਼ਾਇਦ ਗਲਤ ਹੈ। ਜਿਹਨੂੰ ਲੱਗਦਾ ਕਿ ਅੱਗ ਗਵਾਂਢੀਆਂ ਦੇ ਆ, ਸਾਡੇ ਪਿੰਡ 'ਚ ਲੱਗੀ ਹੈ, ਉਹਨੂੰ ਮੈਂ ਦੱਸ ਦੇਵਾਂ ਕਿ ਇੱਕ ਨਾ ਇੱਕ ਦਿਨ ਤੁਹਾਡੇ ਘਰ ਤੱਕ ਜ਼ਰੂਰ ਪਹੁੰਚੂਗੀ। ਚਿੱਟੇ ਨਸ਼ੇ ਨੇ ਕਾਫੀ ਹੱਦ ਤੱਕ ਸਾਡੀ ਨੌਜਵਾਨੀ ਖਾ ਲਈ, ਪਰ ਉਸ ਤੋਂ ਬਾਅਦ ਦਿੱਲੀ ਨੇ ਸਾਨੂੰ ਕੀ ਕਿਹਾ ਕਿ ਸਾਰੇ ਨੌਜਵਾਨ ਯੂਥ ਨਸ਼ੇ ਤੇ ਲੱਗ ਗਿਆ। ਮੈਂ ਅੱਜ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਪਾਸੇ ਦਿੱਲੀ ਹੈ, ਆ ਜਿਹੜੇ ਨੌਜਵਾਨ ਬੈਠੇ ਨੇ ਕਿਹੜਾ ਕਿਹੜਾ ਨਸ਼ਾ ਖਾ ਕੇ ਨੇ, ਮੈਨੂੰ ਆ ਕੇ ਦੱਸਿਆ ਜਾਵੇ। ਸੋ ਇਸ ਲਈ ਇਲਜ਼ਾਮ ਤੁਹਾਡੇ ਤੇ ਬਹੁਤ ਲੱਗਦੇ ਨੇ। ਜੇ ਮੈਂ ਗੱਲ ਕਰਾਂ ਖੇਤੀ ਨਾਲ ਸੰਬੰਧਿਤ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੇਣੀ ਚਾਹੁੰਦਾ। ਅਸਾਮ ਦੇ ਵਿੱਚ ਕੀ ਹੋਇਆ? ਅਸਾਮ ਦੇ ਵਿੱਚ ਚਾਹ ਦੀ ਖੇਤੀ ਹੁੰਦੀ ਹੈ, ਤੁਸੀਂ ਸਾਰੇ ਜਾਣਦੇ ਹੋ। ਜਿਹੜਾ ਅੱਧੇ ਕਿੱਲੇ ਵਾਲਾ ਜ਼ਿਮੀਂਦਾਰ ਸੀਗਾ, ਉਹ ਚਾਹ ਬੀਜਦਾ ਸੀ, ਉਹਦੀਆਂ ਪੱਤੀਆਂ ਤੋੜਦਾ ਸੀ, ਫਿਰ ਸੁਕਾਉਂਦਾ ਸੀ ਤੇ ਉਹ ਵੇਚਦਾ ਸੀ। origignal ਚਾਹ ਜਿਹੜੀ ਅਸਾਮ ਦੀ ਚਾਹ ਸੀ। ਉਸ ਤੋਂ ਬਾਅਦ ਕੀ ਹੋਇਆ? ਉੱਥੇ ਵੱਡਾ ਜ਼ਿਮੀਂਦਾਰ ਕਾਬਜ ਹੋ ਗਿਆ। ਉਹਨੇ ਜਿਹੜੇ ਅੱਧੇ ਕਿੱਲੇ ਵਾਲੇ ਜ਼ਿਮੀਂਦਾਰ ਸੀ ਉਹ ਖਾਲੇ ਖਤਮ ਕਰਤੇ, ਉਹ ਉਹਨਾਂ ਦੇ ਖੱਤਿਆਂ 'ਚ ਕੰਮ ਕਰਨ ਲੱਗ ਗਏ। ਉਸ ਤੋਂ ਬਾਅਦ ਵੱਡੇ ਕਾਰਪੋਰੇਟ ਘਰਾਣਿਆਂ ਦੀ ਨਿਗਾਹ ਉੱਥੇ ਪਈ, ਉਹ ਅਸਾਮ ਦੀ ਖੇਤੀ ਤੇ ਕਾਬਜ ਹੋ ਗਏ। ਉਸ ਤੋਂ ਬਾਅਦ ਜਿਹੜਾ 4, 5, 10 ਕਿੱਲੇ ਵਾਲਾ ਜ਼ਿਮੀਂਦਾਰ ਵੀ ਸੀਗਾ, ਉਹ ਵੀ ਉਹਨਾਂ ਦੇ ਉੱਥੇ ਜਾ ਕੇ ਦਿਹਾੜੀ ਜਾਣ ਲੱਗ ਗਿਆ, ਕਿਉਂਕਿ ਕਬਜ਼ਾ ਕਰ ਲਿਆ ਗਿਆ ਸਾਰੇ। ਅੱਜ ਤੁਹਾਡੀ ਜ਼ਮੀਨਾਂ ਦੇ ਰੇਟ, ਮੰਨ ਲਓ ਕਿਸੇ ਦਾ 10 ਲੱਖ ਕਿੱਲਾ ਹੈ, ਉਹਨੂੰ ਇਹ 15 ਲੱਖ ਵੀ ਦੇਣਗੇ, 20 ਲੱਖ ਵੀ ਦੇਣਗੇ, ਪਰ 5 ਸਾਲਾਂ ਬਾਅਦ ਤੁਸੀਂ ਕੀ ਕਰੋਗੇ? ਇਹ ਵੱਡੀ ਗੱਲ ਹੈ। ਉਸ ਤੋਂ ਬਾਅਦ ਜੇ ਮੈਂ ਅਸਾਮ ਦੀ ਚਾਹ ਦੀ ਖੇਤੀ ਦੀ ਗੱਲ ਕਰਾਂ, ਜੇ ਤੁਸੀਂ ਅੱਜ ਵੀ ਉਹ origignal ਚਾਹ ਪੀਣੀ ਹੈ ਤਾਂ ਸੁਣ ਕੇ ਹੈਰਾਨ ਰਹਿ ਜਾਓਗੇ, 2000 ਰੁਪਏ ਕਿਲੋ origignal ਚਾਹ ਮਿਲਦੀ ਹੈ, ਪਰ ਸਵਾਦ ਫਿਰ ਹੋ ਜਿਹਾ ਨਹੀਂ, ਕਿਉਂਕਿ ਅਸੀਂ ਕੈਮੀਕਲ ਪੀਣ ਗਿੱਜ ਗਏ ਹਾਂ। ਸੋ ਗੱਲਾਂ ਬਹੁਤ ਨੇ, ਵਿੱਚ ਦੀ ਤੁਹਾਡੇ ਨਾਲ ਕਰਦੇ ਰਵਾਂਗੇ। ਸਾਰੇ ਬਾਈ ਹੁਣੀ ਪਹੁੰਚ ਚੁੱਕੇ ਨੇ। ਸੋ ਮੈਂ ਬੇਨਤੀ ਕਰੂੰਗਾ, ਬਾਈ ਸੁਖਵਿੰਦਰ ਪੀਪੀ ਬੜਾ ਨਾਮੀ ਚਿਹਰਾ ਹੈ, ਤੁਸੀਂ ਸਾਰੇ ਜਾਣਦੇ ਹੋ। 10 ਮਿੰਟ ਲਈ ਬਾਈ ਸੁਖਵਿੰਦਰ ਪੀਪੀ ਮਾਈਕ ਤੇ ਜ਼ਰੂਰ ਆਉਣ। हेलो 10 मिनट तो बहुत ज्यादा है। जिन्ने मेरे वीर भरा बैठे आप एक फतेह की सांझ पाने घट्टो घट दिल्ली दियां कंधां नाल वज के वापस आवे। वाहेगुरू जी का खालसा, ठीक है। सो दोस्तों, बड़ा कुछ आप पिछले दिन देख रहे हैं, सुन रहे हैं की कुछ हो रहा। मैं ज्यादा लंबा नहीं बोल सकता, क्योंकि ये तो कोई लीडर ही बोल सकता। उन्होंने तजुर्बा होंदा बोलण दा, झूठ सच मारन दा। तो गल करदे आपां किसान दे हित दी, पंजाब दी, पंजाबियत दी, और ਜਿਹੜੇ 3 बिल आए आ, ये आपां नूं पता कि इन्हां पंजाब, पंजाबियत, किसानी ਇਹਨੂੰ ਖਤਮ ਕਰ ਦੇਣਾ ਲੋਕਾਂ ਨੇ। ਜਿਹੜੇ ਮੇਰੇ ਵੀਰ ਬੈਠੇ ਆ, ਮੈਂ ਦੱਸ ਦੇਣਾ ਚਾਹੁੰਦਾ ਕਿ ਬੈਠੇ ਧਰਨੇ ਤੇ ਬੈਠੇ ਆ, ਹੱਥ ਜੋੜ ਕੇ ਬੈਠੇ ਆ। ਇਹਨੇ ਹੱਥ ਜੁੜੇ ਰਹਿਣ ਦਿਓ, ਬੈਠੇ ਆ ਬੈਠੇ ਰਹਿਣ ਦਿਓ। ਇਹ ਨਾ ਹੋਵੇ ਵੀ ਇਹ ਖੜੇ ਹੋ ਜਾਣ, ਜਿਹੜੇ ਹੱਥ ਜੁੜੇ ਆ ਉਹ ਹੱਥ ਖੁੱਲ ਜਾਣ। ਸੋ ਜ਼ਿਆਦਾ ਲੰਬਾ ਨਹੀਂ ਬੋਲਣਾ। ਮੇਰੇ ਬੜੇ ਸੱਜਣ, ਮੇਰੇ ਖਾਲਸਾ ਜੀ ਵੀਰ ਜੀ ਹੋਰ ਆਏ ਹੋਏ ਨੇ, ਆਪਣੇ ਆਪਣੇ ਵਿਚਾਰ ਰੱਖਣਗੇ। ਕਾਫੀ लंबी लिस्ट है, काफी लंबा नाम है। जो सज्जन आए, जो बुलारे बोलणगे शंभू बार्डर से दिल्ली नूं ओहदी हकीकत विखाउण वास्ते, ओहदा चेहरा विखाउण वास्ते, ओहदू शीशा विखाउण वास्ते अज शंभू बार्डर से इकट्ठे हुए हैं। सो दोस्तों, इन्नियां गल्लां करनियां, ज़्यादा लंबा मैं बोल नहीं सकता। सो वाहिगुरू जी खालसा, वाहिगुरू जी की फतेह। ਸੋ ਸਾਡੇ ਵਿਚਕਾਰ ਹਰਜਿੰਦਰ ਸਿੰਘ ਮਾਝੀ ਜੀ ਵੀ ਪਹੁੰਚੇ ਨੇ। ਇਸ ਤੋਂ ਇਲਾਵਾ ਐਡਵੋਕੇਟ ਸਿਮਰਨ ਗਿੱਲ ਆ ਗਏ ਨੇ। ਅਨਮੋਲ ਹੁਣਾਂ ਦਾ ਫੋਨ ਸੀ, ਉਹ ਰਾਹ 'ਚ ਨੇ। ਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਧਰਨੇ ਲਾਉਣੇ ਪੈ ਗਏ, ਅੱਜ ਸ਼ੰਭੂ ਬਾਰਡਰ ਤੇ ਖੜੇ ਆ। ਕੀ ਖਾਲਸਾ ਲੱਗਦਾ ਕਿ ਸਰਕਾਰਾਂ ਤੇ ਅਸਰ ਹੋਊਗਾ ਜਾਂ ਨਹੀਂ ਹੋਊਗਾ? ਉਹ ਵੀ ਬੋਲਣਗੇ। ਸੋ ਉਸ ਤੋਂ ਪਹਿਲਾਂ ਹੁਣ ਤੁਸੀਂ ਦੇਖੀ ਜੇ ਆਪਾਂ ਗੱਲ ਕਰੀਏ, ਮੈਂ ਫੇਰ ਉਹੀ ਬੇਨਤੀ ਕਰਦਾ ਹਾਂ ਪੰਜਾਬ ਦਾ ਕਿ ਆਪਾਂ ਬਾਰਡਰ ਜਿਹੜੇ ਖੜੇ ਯਾਰ ਚੰਗੇ ਨਹੀਂ ਲੱਗਦੇ। ਬਾਰ-ਬਾਰ ਮੈਂ ਬੇਨਤੀ ਕਰਦਾ, ਚੰਗਾ ਜੇ ਉਹ ਨਹੀਂ ਸਾਨੂੰ ਵੜਨ ਦਿੰਦੇ, ਆਪ ਜੀ ਬਹਿ ਜਾਣ, ਇੱਧਰ ਅਸੀਂ ਨਹੀਂ ਵੜਨ ਦੇਣਾ। ਸਾਡੀ ਧਰਤੀ ਆ, ਸਾਡਾ ਪੰਜਾਬ ਆ, ਸਾਡੇ ਲੋਕ ਆ। ਜੇ ਲੋਕ ਦੁਖੀ ਆ ਤੇ ਤੁਸੀਂ ਬੈਠੇ ਹੋ ਉੱਥੇ ਦਿੱਲੀ ਪਾਰਲੀਮੈਂਟਾਂ 'ਚ ਕਾਨੂੰਨ ਬਣਾਈ ਜਾਂਦੇ ਹੋ,
ਤੇ ਸਾਨੂੰ ਬਾਗੀ ਕਹਿੰਦੇ ਹੋ। ਅਸੀਂ ਤਾਂ ਬਾਗੀ ਆ, ਤੁਸੀਂ ਡਾਕੂ ਬੈਠੇ ਹੋ ਉੱਥੇ ਪਾਰਲੀਮੈਂਟਾਂ 'ਚ। ਜਿਹੜੇ ਬਾਂਦਰ ਪਿੰਡ ਤੋਂ ਪਹੁੰਚੇ ਨੇ, ਨੌਬਤ ਇੱਥੋਂ ਤਾਈਂ ਆ ਗਈ ਆ ਵੀ ਹੁਣ ਸਾਨੂੰ ਆਪਦੇ ਅੰਦਰ ਨੂੰ ਜਗਾ ਕੇ ਇਹਨਾਂ ਦੇ ਉੱਥੋਂ ਤਾਈਂ ਆਵਾਜ਼ ਪਹੁੰਚਾਉਣੀ ਪਊਗੀ, ਸ਼ਰੇਆਮ ਪਹੁੰਚਾਉਣੀ ਪਊਗੀ। ਬਾਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ਦੀ ਸਰਕਾਰ ਅੱਜ ਵੀ ਕਹਿੰਦੀ ਹੈ ਕਿ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਲੋਕੀ ਗੁੰਮਰਾਹ ਕਰ ਰਹੇ ਕਿਸਾਨਾਂ ਨੂੰ। ਹਾਂਜੀ, ਤੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਅਸੀਂ ਗੁੰਮਰਾਹ ਕਰ ਰਹੇ ਹਾਂ? ਜਿੰਨੇ ਵੀ ਯੂਥ ਅੱਜ ਇਕੱਠਾ ਹੋਇਆ ਗੁੰਮਰਾਹ ਕਰ ਰਹੇ ਕੀ? ਦੇਖੋ ਗੱਲ ਇਹ ਆ, ਮਸਲਾ ਆਪਣਾ ਅਸੀਂ ਕਹਿੰਦੇ ਹੈ ਕਿਸਾਨਾਂ ਤੁਸੀਂ ਕਾਨੂੰਨ ਬਣਾਤਾ ਔਰ ਉਹਨੂੰ ਲੋਕ ਪੱਖੀ ਕਾਨੂੰਨ ਕਹਿੰਦੇ ਹੋ। ਤੁਸੀਂ ਸਾਡੀ ਗੱਲ ਸੁਣੋ, ਉਹ ਕਹਿੰਦੇ ਅਸੀਂ ਗੱਲ ਨਹੀਂ ਸੁਣਨੀ। ਅਸੀਂ ਕਿਹਾ ਚਲੋ ਤੁਸੀਂ ਐਂ ਕਰੋ ਵੀ ਸਰਕਾਰ ਨੇ ਆਪਦੇ ਕਾਨੂੰਨੀ ਮਾਹਰ ਬਿਠਾ ਲਓ ਸਾਡੇ ਨਾਲ, ਕਿਉਂਕਿ ਜਾਂ ਤੁਸੀਂ ਸਾਨੂੰ ਸਮਝਾ ਦਿਓ ਜਾਂ ਅਸੀਂ ਸਮਝਾ ਦਾਂਗੇ, ਉੱਥੇ ਵੀ ਨਹੀਂ ਆਉਂਦੇ। ਫਿਰ ਅਸੀਂ ਕਹਿੰਦੇ ਆ ਜੇ ਲੋਕ ਪੱਖੀ ਆ ਤਾਂ ਲੋਕ ਕਿਉਂ ਇਕੱਠੇ ਹੋਏ ਕਰਦੇ ਆ? ਉਹਨਾਂ ਨੂੰ ਸੰਬੋਧਨ ਕਰੋ, ਉਹਨਾਂ ਨੂੰ ਵੀ ਸੰਬੋਧਨ ਨਹੀਂ ਕਰਨਾ। ਦੇਖੋ COVID-19 ਲੋਕ ਤਰਾਹ ਕਰ ਰਹੇ ਆ, ਭੁੱਖੇ ਮਰ ਰਹੇ ਆ, ਲੋਕਾਂ ਕੋਲੇ ਖਾਣ ਨੂੰ ਕੁਝ ਨਹੀਂ। ਲੋਕਾਂ ਦੇ ਤੁਸੀਂ ਦੇਖਿਆ ਕਿਵੇਂ ਲੇਬਰ ਕਲਾਸ ਜਿਹੜੇ ਡੇਲੀ ਆਉਂਦੇ ਸੀ ਸੜਕਾਂ ਤੇ ਰੋਲ ਕੇ ਯੂਪੀ ਬਿਹਾਰ ਨੂੰ ਗਏ। ਇਸ ਵੇਲੇ ਤੁਸੀਂ ਕਿਸਾਨੀ ਵਾਸਤੇ ਆਰਡੀਨੈਂਸ ਲੈ ਕੇ ਆ ਰਹੇ ਹੋ, ਉਸ ਵੇਲੇ ਜਦੋਂ ਪਾਰਲੀਮੈਂਟ ਸੈਸ਼ਨ 'ਚ ਨਹੀਂ। ਅੱਛਾ, ਫਿਰ ਉਸ ਆਰਡੀਨੈਂਸ ਦੇ ਜੇ ਲੋਕਾਂ 'ਚ ਵਿਰੋਧ ਹੋ ਰਿਹਾ, ਲੋਕਾਂ ਨੂੰ ਸੰਬੋਧਨ ਕਰਨ ਵਾਸਤੇ ਤੁਹਾਡੇ ਕੋਲੇ ਕੁਝ ਨਹੀਂ, ਤੁਸੀਂ ਉਹਨਾਂ ਤੇ ਥੋਪ ਰਹੇ ਹੋ ਕਾਲੇ ਕਾਨੂੰਨ। ਦੇਖੋ ਜੇ ਲੋਕਤੰਤਰ 'ਚ ਲੋਕ ਪੱਖੀ ਗੱਲਾਂ ਕਰੀਆਂ, ਪਰ ਇੱਕ ਭਰਮ ਪੈਦਾ ਕੀਤਾ ਜਾਂਦਾ ਲੋਕਤੰਤਰ 'ਚ ਲੋਕ ਪੱਖੀ ਗੱਲਾਂ ਨਹੀਂ ਹੁੰਦੀਆਂ। ਇਹ ਲੋਕਤੰਤਰ ਦਾ ਬਹੁਤ ਵੱਡਾ ਇੱਕ ਜਿਹੜੀ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡੀ 3-4 ਚੀਜ਼ਾਂ ਜਿਹੜੀ ਡੈਮੋਕ੍ਰੇਸੀ ਕ੍ਰੀਏਟ ਕਰਦੀ ਹੈ। ਪਹਿਲਾਂ ਤਾਂ ਇਹ ਭਰਮ ਕ੍ਰੀਏਟ ਕਰ ਦਿੰਦੀ ਆ ਵੀ ਇੱਥੇ ਲੋਕ ਪੱਖੀ ਗੱਲਾਂ ਹੁੰਦੀਆਂ। ਦੂਜੀ ਗੱਲ ਉਹ ਅਲੀਟ ਖੜੇ ਕਰ ਦਿੰਦੀ ਹੈ। ਸਾਰੇ ਅਲੀਟ ਆ ਜਿਹੜੇ ਉੱਥੇ ਬੈਠੇ ਆ, ਇਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ। ਇਹਨਾਂ ਨੇ ਉਹ ਕਾਰਪੋਰੇਟ ਵਪਾਰੀਆਂ ਨੂੰ ਜਾਂ ਕੈਪੀਟਲਿਸਟਿਕ ਸੋਸਾਇਟੀ ਨੂੰ, ਪੂੰਜੀਵਾਦ ਨੂੰ, ਉਹਨਾਂ ਨੂੰ ਐਕਸੈਪਟ ਕਰਨਾ, ਉਹਨਾਂ ਨੂੰ ਪਲੀਜ਼ ਕਰਨਾ, ਸਾਰੀਆਂ ਪਾਲਿਸੀਜ਼ ਉਹਨਾਂ ਲਈ ਘੜਨੀਆਂ। ਸੋ ਗੱਲ ਅੱਜ ਆਏ ਆ ਵੀ ਜੀ ਲੋਕ ਲਹਿਰ ਖੜੀ ਕਰ ਗਏ ਆ ਪੰਜਾਬ 'ਚ ਕਿਸਾਨਾਂ ਤੋਂ। ਇਹ ਗੱਲ ਸਮਝ ਆ ਗਈ ਆ ਕਿਉਂਕਿ ਪੰਜਾਬ ਦੀ ਹੋਂਦ ਨੂੰ ਕਿਸਾਨੀ ਤੋਂ ਬਿਨਾਂ ਜਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਬਿਨਾਂ, ਜਿਹਦੇ 'ਚ ਬ੍ਰਹਮੰਡ ਦੀ ਗੱਲ ਕੀਤੀ ਗਈ ਹੈ, ਜੱਟ ਦੇ ਭਲੇ ਦੀ ਗੱਲ ਕੀਤੀ ਗਈ ਹੈ, ਸਬਰ ਸੰਤੋਖ ਦੀ ਗੱਲ ਕੀਤੀ ਗਈ ਹੈ, ਉਹ ਤੋਂ ਬਿਨਾਂ ਤਾਂ ਕਲਪਿਆ ਹੀ ਨਹੀਂ ਜਾ ਸਕਦਾ। ਨਹੀਂ ਭਾਈ, ਕਿੱਦਾਂ ਦੇਖੀਏ ਇਸ ਵੇਲੇ ਕਿਤੇ ਨਾ ਕਿਤੇ ਸਿਆਸੀ ਰੰਗਤ ਦੇਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਪੂਰੇ ਧਰਨੇ ਨੂੰ। ਬਾਅਦ ਚੋਂ ਜਦੋਂ ਸਿਆਸੀ ਰੰਗਤ ਲੈ ਗਿਆ ਵੀ ਉਹਦੇ ਨਤੀਜੇ ਕੋਈ ਨਹੀਂ ਨਿਕਲਦੇ ਹੁੰਦੇ, ਤੁਹਾਨੂੰ ਪਤਾ। ਭਾਈ ਜੀ ਗੱਲ ਆਈ ਆ, ਸਿਆਸੀ ਰੰਗਤ ਪੋਲੀਟੀਕਲ ਪਾਰਟੀਆਂ ਦੇ ਆ ਦੇਖ ਲਓ ਇੱਥੇ ਕਿਹੜੀ ਪੋਲੀਟੀਕਲ ਪਾਰਟੀ ਆ। ਸਿਰਫ ਜਿਹੜੇ ਬੰਦੇ ਆਏ ਆ, ਕੋਈ ਰਾਤ ਨੂੰ ਇੱਥੇ 12 ਵਜੇ ਪਹੁੰਚੇ, 1 ਵਜੇ ਪਹੁੰਚਿਆ, ਯਾਰ ਇਹਨਾਂ ਦੇ ਚਰਨ ਛੂਹਣ ਨੂੰ ਦਿਲ ਕਰੀ ਜਾਂਦਾ ਵੀ ਐਡਾ ਜਜ਼ਬਾ। ਤੁਸੀਂ ਸੋਚੋ ਉਹ ਸਾਰਾ ਪੰਜਾਬ ਬੰਦ ਆ, ਜਿੱਥੇ ਧਰਨੇ ਲੱਗੇ ਹੋਏ ਆ ਉਹਦੇ ਵਿੱਚ ਦੀ ਲੰਘ ਕੇ ਸ਼ੰਭੂ ਬਾਰਡਰ ਤੇ ਆ ਕੇ ਬਹਿਣਾ, ਤੇ ਆਪਣੇ ਕੋਲੇ ਆ ਬੰਦੇ, ਕੋਈ ਬੰਦਾ ਆਪਾਂ ਪੇਡ ਬੁਲਾਇਆ ਹੋਵੇ, ਕੋਈ ਬੰਦਾ ਜਿਵੇਂ ਪੋਲੀਟੀਕਲ ਪਾਰਟੀਆਂ ਕਰਦੀਆਂ। ਬਈ ਆ ਜਜ਼ਬਾ ਸਾਡੇ ਅੰਦਰ ਪਿਆ, ਸਾਡੇ ਅੰਦਰ ਉਹ ਚਿਣਕ ਪਈ ਆ। ਪਰ ਗੱਲ ਆਈ ਆ ਇਹਨਾਂ ਨੂੰ ਵੰਗਾਰਨ ਆ। ਦੇਖੋ ਤੁਸੀਂ ਇਹਦਾ ਲੋਕ ਨੇਰੀ ਲਿਆ ਦੇਣਗੇ, ਅਸੀਂ ਕਰਤਾ ਪੰਜਾਬ ਬੰਦ ਆ, ਜੇ ਇੱਧਰ ਦਿੱਲੀ ਵਾਲੇ ਨਹੀਂ ਵੜਦੇ ਨੇ ਇੱਥੇ ਆ ਕੇ ਗੱਲ ਕਰੇ ਦਿੱਲੀ ਸਾਡੇ ਨਾਲ। ਹੁਣ ਇਹ ਧਰਨਾ ਕੀ ਰੂਪ ਧਾਰਨ ਕਰੂਗਾ? ਹੁਣ ਇਹ ਧਰਨਾ ਰੂਪ ਇਹ ਧਾਰਨ ਕਰੂਗਾ ਜੀ, ਅਸੀਂ ਬਾਰਡਰ ਸੀਲ ਕਰਾਂਗੇ, ਅਸੀਂ ਦਿੱਲੀ ਵਾਲਿਆਂ ਨੂੰ ਨਹੀਂ ਵੜਨ ਦੇਣਾ, ਉਹ ਸਾਨੂੰ ਨਹੀਂ ਵੜਨ ਦਿੰਦੇ। ਮੁੜ ਕੇ ਤੁਸੀਂ ਦੇਖਿਓ ਇੱਥੇ ਕਿਵੇਂ ਆ ਕੇ ਜਾਂ ਤਾਂ ਸਾਡੇ ਤੇ ਜ਼ਬਰ ਜ਼ੁਲਮ ਕਰਨਗੇ, ਅਸੀਂ ਉਸ ਲਈ ਵੀ ਤਿਆਰ ਹਾਂ। ਕਿਉਂਕਿ ਜਦੋਂ ਸੰਘਰਸ਼ ਵਿੱਢੀਦੇ ਆ ਤੇ ਕਿਸੇ ਦਾ ਸਿਰੇ ਲਾਉਣੇ ਹੁੰਦੇ ਆ ਤਾਂ ਕੁਰਬਾਨੀ ਮੰਗਦੇ ਆ, ਹੋ ਸਕਦਾ ਸਿਰ ਵੀ ਮੰਗਦੇ ਆ। ਤੇ ਸਾਨੂੰ ਜੇ ਆਪਦੇ ਹੱਕ ਲੈਣੇ ਆ ਨਾ ਤਾਂ ਮੌਤ ਦਾ ਜਿਹੜਾ ਡਰ ਆ ਅੰਦਰੋਂ ਚੱਕਣਾ ਪਊਗਾ। ਇਹ ਨੌਜਵਾਨ ਬੈਠੇ ਆ ਜਿਨ੍ਹਾਂ ਦੇ ਅੰਦਰ ਕਿਸਾਨਾਂ ਦੇ ਪ੍ਰਤੀ ਦਰਦ ਹੈ, ਆਪ ਖੇਤੀਬਾੜੀ ਕਿੱਤੇ ਦੇ ਨਾਲ ਜੁੜੇ ਹੋਏ ਆ। ਇਹ ਉਹ ਲੋਕ ਇੱਥੇ ਆ ਕੇ ਸ਼ੰਭੂ ਬਾਰਡਰ ਤੇ ਖੜੇ ਆ। ਸਾਰੇ ਪੰਜਾਬ ਦੇ ਵਿੱਚ ਰੋਸ ਧਰਨੇ ਚੱਲ ਰਹੇ ਆ। ਇਹ ਕੌਮ ਹੈ ਜਿਹੜੀ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਜਦੋਂ ਇਹਨਾਂ ਦੇ ਉੱਤੇ ਬਿਪਤਾ ਪਈ ਸੀ, ਇਹਨਾਂ ਦੇ ਬੋਤੇ ਕੱਟੇ ਜਾ ਰਹੇ ਸੀ, ਤੇ ਉਸ ਸਮੇਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਆ ਕੇ ਸੀਸ ਦਿੱਤਾ ਸੀ। ਤੇ ਇਹ ਉਹ ਕੌਮ ਹੈ ਤੇ ਦੂਸਰੇ ਧਰਮਾਂ ਵਾਸਤੇ ਵੀ ਖੜਦੀ ਹੈ। ਤੇ ਜਦੋਂ ਇਹਦੇ ਹੱਕ ਲਤਾੜੇ ਜਾਣ, ਇਹਨਾਂ ਦੇ ਨਾਲ ਧੱਕਾ ਹੋਵੇ, ਉਦੋਂ ਤਾਂ ਇਸ ਕੌਮ ਨੇ ਬੋਲਣਾ ਹੀ ਬੋਲਣਾ ਹੈ। ਇਹ ਕੌਮ ਹੱਕਾਂ ਲਈ ਹਮੇਸ਼ਾ ਲੜਦੀ ਆਈ ਹੈ। ਤੇ ਇਹ ਦਿੱਲੀ ਸਰਕਾਰ ਸੁਣ ਲੈ, ਤੇ ਜਿਹੜੇ ਇੱਥੋਂ ਦੇ ਲੀਡਰ ਹੈ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਭਾਵੇਂ ਕੈਪਟਨ ਹੋਵੇ, ਇਹ ਲੜਾਈ ਕਿਸਾਨਾਂ ਦੀ ਹੈ, ਹੱਕ ਸੱਚ ਦੀ ਲੜਾਈ ਹੈ। ਇਹਦੇ ਤੇ ਕੋਈ ਬੰਦਾ ਸਿਆਸਤ ਨਾ ਕਰੇ, ਧੰਨ
ਗੁਰੂ ਹੈ ਤੇ ਉਹਦੇ ਤੇ ਵੀ ਜਿਹੜਾ ਉਹ ਮਸਲਾ ਚੱਲਿਆ ਸੀ ਤੇ ਕਈ ਮਸਲੇ ਇਹੋ ਜਿਹੇ ਹੁੰਦੇ ਆ ਉਹਨਾਂ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਲੜਾਈ ਹੈ ਜਿਹੜੀ ਉਹਦੇ ਤੇ ਸਾਨੂੰ ਇਕਮੁੱਠ ਹੋ ਕੇ ਲੜਨੀ ਚਾਹੀਦੀ ਹੈ। ਆ ਜਿਹੜਾ ਅੱਜ ਇੱਥੋਂ ਦਾ ਜਿਹੜਾ ਧਰਨਾ ਰੱਖਿਆ ਗਿਆ ਇਹਨੇ ਇੱਕ ਵੱਡਾ ਸੰਕੇਤ ਹੈ ਜਿਹੜਾ ਉਹ ਦਿੱਲੀ ਦੇ ਮੱਥੇ ਦੇ ਵਿੱਚ ਜਾ ਕੇ ਵੱਜਣਾ। ਬਾਈ ਅੱਜ ਧਰਨੇ ਦਾ ਇਹ ਰੂਪ ਸਰਕਾਰ ਨੂੰ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ? ਸੁਨੇਹਾ ਤਾਂ ਬਈ ਇਹੀ ਆ ਵੀ ਸਾਨੂੰ ਮਾਰਤਾ ਇਹਨਾਂ ਨੇ। ਇਹਨੇ ਮੋਦੀ ਨੇ ਖੋ ਕੇ ਸਾਡੀ ਜ਼ਮੀਨ ਸਿੱਧੀ ਅਵਾਨੀ ਅਡਾਨੀਆਂ ਨੂੰ ਦੇਤੀ। ਅਸੀਂ ਹੁਣ ਘਰੇ ਕਿਵੇਂ ਬਹਿ ਜਾਾਂਗੇ ਟਿਕ ਕੇ? ਸਾਨੂੰ ਤਾਂ ਸੜਕਾਂ ਤੇ ਆਉਣਾ ਹੀ ਪੈਣਾ ਸੀ। ਕਿਸਾਨ ਆ ਅਸੀਂ ਸਾਰੇ ਇੱਦਾਂ ਆਵਾਂਗੇ। ਜਦੋਂ ਸੱਪ ਦੀ ਪੂਛ ਤੇ ਪੈਰ ਧਰਦਾ ਕੋਈ ਤਾਂ ਸੱਪ ਡੰਗ ਮਾਰੂਗਾ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਹੈ ਇਸ ਵੇਲੇ ਜਿਹੜੀ ਕੇਂਦਰ ਸਰਕਾਰ ਇਹ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਸਰਕਾਰ ਦੀ ਮਨਸਾ ਤੇ ਇਹ ਹੈ ਬਈ ਸਿੱਧਾ ਕਿਸਾਨਾਂ ਨੂੰ ਅਵਾਨੀ ਅਡਾਨੀਆਂ ਨਾਲ ਟਕਰਾਤਾ, ਤਗੜੇ ਤੇ ਮਾੜੇ ਦਾ ਮੈਚ ਪਵਾਤਾ, ਆਪ ਪਿੱਛੇ ਹਟ ਗਏ। ਸਿੱਧਾ ਹਟਣਾ ਉਹਨਾਂ ਦਾ ਹੀ ਪੰਗਾ ਪੈ ਗਿਆ। ਕਿਤੇ ਨਾ ਕਿਤੇ ਮੋਦੀ ਸਰਕਾਰ ਹੱਲੇ ਵੀ ਕਹਿ ਰਹੀ ਹੈ ਵੀ ਕਿਸਾਨ ਹਿਤੈਸ਼ੀ ਕਾਨੂੰਨ ਹੈ ਸਾਰੇ। ਬਈ ਏਸੀ ਕਮਰੇ 'ਚ ਤਾਂ ਬਹਿ ਕੇ ਮੈਂ ਬਿਆਨ ਦੇ ਦਿੰਨਾਗਾ, ਤੁਸੀਂ ਦੇ ਦਿਓ। ਉਹਨਾਂ ਨੂੰ ਕੀ ਪਤਾ ਵੀ ਲੈਵੜਾ ਜਦੋਂ ਸੜਕਦੇ ਆ, ਪੱਤਾ ਬਲੇਡ ਸੜਕਦੇ ਆ, ਉਦੋਂ ਪਤਾ ਲੱਗਦਾ ਨਾ ਸਪਰੇਅ ਕਿਵੇਂ ਪਿੰਡੇ ਤੇ ਮੱਚਦੀ ਆ, ਕਿਵੇਂ ਸਾਨੂੰ ਫਸਲ 'ਚ ਕੀ ਵੱਜਦਾ ਕੀ ਨਹੀਂ ਵੱਜਦਾ। ਉਹ ਸਾਨੂੰ ਪਤਾ ਹੈਗਾ, ਇਹਨਾਂ ਨੂੰ ਕੀ ਪਤਾ ਹੈਗਾ। ਤੁਹਾਨੂੰ ਲੱਗਦਾ ਕਿ ਇਹ ਧਰਨੇ ਜਿਹੜੇ ਅੱਜ ਅਸੀਂ ਕਿਸਾਨ ਦੇ ਹੱਕ ਦੇ ਵਿੱਚ ਦੇ ਰਹੇ ਹਾਂ ਇਹਨਾਂ ਦੇ ਨਤੀਜੇ ਨਿਕਲਣਗੇ? ਕਿਉਂਕਿ ਬਹੁਤ ਸਾਰੇ ਸੰਘਰਸ਼ ਪੰਜਾਬ 'ਚ ਜਦੋਂ ਉੱਠਦੇ ਆ, ਅੱਜ ਦੇ ਸਮੇਂ ਦੀ ਅਸੀਂ ਗੱਲ ਕਰਦੇ ਹਾਂ, ਉਹ ਬੇਸਿੱਟੇ ਨਿਕਲ ਕੇ ਭਰੋਸੇ ਲੈ ਕੇ ਚੱਕ ਲੈ ਜਾਂਦੇ ਨੇ। ਇਹ ਬਾਈ ਹੁਣ ਉਵੇਂ ਲਹਿਰ ਨਹੀਂ ਹੈਗੀ। ਇਹ ਸਾਰਿਆਂ ਨੂੰ ਖਤਰਨਾਕ ਲਹਿਰ ਅੱਜ ਪੰਜਾਬ 'ਚ ਉੱਠੀ ਆ। ਇਹਨੇ ਹੁਣ ਰੁਕਣਾ ਨਹੀਂ। ਸਾਰਾ ਸਿਸਟਮ ਹੀ ਪੰਜਾਬ ਦਾ ਖੇਤੀਬਾੜੀ ਦੇ ਖੜਾ ਹੈਗਾ। 80% ਲੋਕ ਤਾਂ ਖੇਤੀਬਾੜੀ ਕਰਦੇ ਆ। ਤੁਸੀਂ ਮੈਨੂੰ ਐਂ ਦੱਸੋ ਵੀ ਕਿਹੜਾ ਮਹਿਕਮਾ ਜੱਟਾਂ ਨਾਲ ਨਹੀਂ ਜੁੜਿਆ ਹੋਇਆ? ਠੀਕ ਹੈ ਤੁਹਾਡਾ ਜਾਣੀ ਕਿ ਇਹ ਹੁਣ ਇਹ ਅੱਗੇ ਕੀ ਨਤੀਜਾ ਕੀ ਅੱਗੇ ਪਲਾਨ ਹੈਗਾ ਇਸ ਤੋਂ ਬਾਅਦ? ਨਤੀਜਾ ਤਾਂ ਬਾਈ ਜਦੋਂ ਲੋਕ ਇਕੱਠੇ ਹੋ ਗਏ, ਹਰਿਆਣਾ ਤੇ ਪੰਜਾਬ ਦਾ ਹੜ ਦਿੱਲੀ ਨੂੰ ਤੁਰ ਪਿਆ ਤਾਂ ਵੱਡੇ ਵੱਡੇ ਤਖਤੇ ਪਲਟ ਦਿੰਦੇ ਆ। ਹੁਣ ਨੌਜਵਾਨ ਬਹੁਤ ਜ਼ਿਆਦਾ ਆ ਗਏ। ਨੌਜਵਾਨਾਂ ਨੇ ਹਮੇਸ਼ਾ ਤਖਤੇ ਪਲਟੀ ਆ। ਅੱਜ ਆਪਣੇ ਅੰਦਰਲਾ ਕਿਸਾਨ ਜਗਾਉਣਾ ਪਊਗਾ। ਗੱਲ ਸਿਰਫ ਲੜਾਈ ਕਿਸਾਨਾਂ ਦੀ ਨਹੀਂ ਹੈਗੀ, ਇਹ ਕੱਲੇ ਪੰਜਾਬੀ ਦੀ ਕੱਲੇ ਉਸ ਭਾਰਤੀ ਦੀ ਲੜਾਈ ਆ ਜਿਹਨੂੰ ਵੀ ਲੱਗਦਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਆ। ਜਦੋਂ ਕਸ਼ਮੀਰ ਦੇ ਨਾਲ ਧੱਕਾ ਹੋਇਆ ਉਦੋਂ ਸਾਡੇ ਵਿੱਚੋਂ ਬਹੁਤੇ ਲੋਕ ਨਹੀਂ ਬੋਲੇ। ਉਹ ਗਲਤ ਸੀਗਾ। ਮੋਦੀ ਨੇ ਜਦੋਂ ਕਸ਼ਮੀਰ ਦੇ ਵਿੱਚ ਬੈਕਡੋਰ ਐਂਟਰੀ ਕਰਕੇ 370 ਖਤਮ ਕੀਤੀ ਸੀਗੀ, ਸਾਨੂੰ ਉਦੋਂ ਬੋਲਣਾ ਚਾਹੀਦਾ ਸੀ, ਅਸੀਂ ਉਦੋਂ ਨਹੀਂ ਬੋਲੇ। ਬਾਰ-ਬਾਰ ਜਦੋਂ ਵੀ ਕੋਈ ਮਾਰੂ ਕਾਨੂੰਨ ਬਣਦਾ ਰਿਹਾ ਅਸੀਂ ਉਦੋਂ ਨਹੀਂ ਬੋਲੇ। ਜੇ ਅਸੀਂ ਅੱਜ ਵੀ ਨਾ ਬੋਲੇ ਤਾਂ ਮੇਰਾ ਯਕੀਨ ਮੰਨਿਓ ਕਿ ਉਹ ਜਿਹੜਾ ਹਿੰਦੂ ਨੈਸ਼ਨਲਿਜ਼ਮ ਲਿਆਉਣਾ ਚਾਹੁੰਦੇ ਆ ਨਾ, ਜਿਹੜਾ ਹਿੰਦੂਤਵ ਦੇ ਨਾਂ ਤੇ RSS, ਤਾਂ ਉਹ ਆਊਗਾ। ਸੋ ਸਾਡੀ ਜਿਹੜੀ ਗੈਰਤ ਆ ਨਾ ਉਹਦੇ ਤੇ ਸਵਾਲ ਆ। ਮੈਂ ਇੱਥੇ ਕੋਈ ਭਾਸ਼ਣ ਦੇਣ ਨਹੀਂ ਆਈ ਹੈਗੀ, ਪਰ ਸਿੱਧੀ ਜੀ ਗੱਲ ਹੁਣ ਜੇ ਗੱਲ ਕਰਨੀ ਆ ਤੇ ਗੱਲ ਕਰਕੇ ਕੁਝ ਹੁੰਦਾ ਆ ਤਾਂ ਅਸੀਂ ਬੋਲਾਂਗੇ, ਕਿਉਂਕਿ ਸਾਡੀ ਆਵਾਜ਼ ਉਹਨੇ ਹੀ ਸਾਡੇ ਅੰਦਰਲੇ ਜਿਹੜੇ ਲੋਕ ਆ ਜਿਹਨਾਂ ਦਾ ਜ਼ਮੀਰ ਕਿਤੇ ਨਾ ਕਿਤੇ ਬੈਠ ਗਿਆ ਨਾ, ਉਹਨੂੰ ਅਸੀਂ ਜਗਾਉਣਾ ਆ। ਤੇ ਇਸ ਵੇਲੇ ਇਹ ਸੋਚ ਕੇ ਸਾਨੂੰ ਆਉਣਾ ਚਾਹੀਦਾ ਕਿ ਜੇ ਸਾਨੂੰ ਸੱਚੀ ਮੁੱਚੀ ਗੱਲ ਕਹਿ ਰਹੀ ਆ ਕਿ ਜੇ ਸਾਨੂੰ ਇਹਦੇ ਖਤਰ ਮਰਨਾ ਵੀ ਪੈ ਜੂ ਤਾਂ ਅਸੀਂ ਮਰਨ ਲਈ ਤਿਆਰ ਆ। ਕਿਉਂਕਿ ਆਪਾਂ ਅੱਗੇ ਵੀ ਕਹਿ ਰਹੇ ਹਾਂ ਕਿ ਜਦੋਂ ਵੀ ਕਿਸੇ ਦੇ ਘਰ ਅੱਗ ਲੱਗਦੀ ਆ, ਕਈ ਵਾਰ ਗਵਾਂਢੀ ਚੁੱਪ ਕਰਕੇ ਬੈਠ ਜਾਂਦੇ ਕਿ ਸਾਡੇ ਲੱਗੂਗੀ ਫਿਰ ਦੇਖਾਂਗੇ। ਜਦੋਂ ਉਹਦੇ ਘਰ ਅੱਗ ਲੱਗੂਗੀ ਫਿਰ ਦੇਖਾਂਗੇ। ਤੇ ਇਹ ਅੱਜ ਸਾਡੇ ਘਰ ਦੇ ਵਿੱਚ ਅੱਗ ਲੱਗੀ ਆ, ਜੇ ਅੱਜ ਵੀ ਅਸੀਂ ਬੈਠ ਕੇ ਤਮਾਸ਼ਾ ਦੇਖਾਂਗੇ ਸਾਡੇ ਲਈ ਮਾੜੀ ਗੱਲ ਆ। ਅਸੀਂ ਇੱਥੇ ਕੋਈ ਜਸ਼ਨ ਮਨਾਉਣ ਨਹੀਂ ਆਏ ਹੈਗੇ। ਇੱਥੇ ਅਸੀਂ ਦਿੱਲੀ ਨੂੰ ਦੱਸਣਾ ਚਾਹੁੰਦੇ ਆ ਕਿ ਦਿੱਲੀ ਇੰਨੀ ਤੇਰੇ ਕੰਮ ਨਿਕਲਦੇ ਤਾਂ ਹੀ ਤਾਨੇ ਬਾਗੀ ਜੰਮੇ। ਇਹ ਐਸੇ ਹੀ ਬਾਗੀ ਜੰਮੇ ਨੇ ਕਿਉਂਕਿ ਦਿੱਲੀ ਹਰ ਵਾਰ ਜੇ ਆਪਾਂ ਪੰਜਾਬ ਨੂੰ ਲੈ ਕੇ ਚੱਲੀਏ ਨਾ, ਸਾਡੇ ਨਾਲ ਤਾਂ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਆ। ਕਦੇ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਆ, ਔਰ ਪਤਾ ਲੱਗਿਆ ਹੋਣਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਆ ਉਹ ਜਿਹੜੀ ਸੀਗੀ ਉੱਥੋਂ ਹਟਾ ਦਿੱਤਾ ਗਿਆ ਸਰਕਾਰੀ ਭਾਸ਼ਾ ਦੇ ਵਿੱਚੋਂ। ਠੀਕ ਪੰਜਾਬੀ ਤੇ ਮੈਂ ਕਿਸੇ ਧਰਮ ਜਾਤ ਦੀ ਗੱਲ ਨਹੀਂ ਕਰ ਰਹੀ, ਮੈਂ ਟੋਟਲ ਅਸੀਂ ਸਾਰੇ ਪੰਜਾਬੀ ਆ, ਸਾਡੀ ਪੰਜਾਬੀ ਦੀ ਗੱਲ ਕਰ ਰਹੀ ਹਾਂ ਕਿ ਸਾਡੀ ਪੰਜਾਬੀ ਜਿਹੜੀ ਸਾਡੀ ਕਹਿ ਲਓ ਕਿ ਸਾਡੀ ਪਹਿਚਾਣ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਠੀਕ ਫਿਰ ਬਿੱਲ ਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਲੋਕਾਂ ਨੂੰ ਮੈਨੂੰ ਲੱਗਦਾ ਕਿ ਮੈਨੂੰ ਕੋਈ ਖਾਸ ਦੱਸਣ ਦੀ ਲੋੜ ਨਹੀਂ, ਕਿਉਂਕਿ ਸਾਰਿਆਂ ਨੂੰ ਸਾਨੂੰ ਹੁਣ ਪਤਾ ਲੱਗ ਚੁੱਕਿਆ ਹੈ ਕਿ ਬਿੱਲ ਅਸਲ ਦੇ ਵਿੱਚ ਹੈ ਕੀ ਆ ਇਹ। ਠੀਕ ਆ, ਇੰਨੀ ਗੱਲ ਸੋਚ ਲਓ ਕਿ ਇਹ ਜਿਹੜਾ ਬਿੱਲ ਹੈ ਬਿਹਾਰ ਦੇ ਵਿੱਚ ਲਿਆਂਦਾ ਗਿਆ ਸੀ, ਬਿਹਾਰ ਯੂਪੀ ਉਹਨਾਂ ਦੇ ਕਿਸਾਨਾਂ ਦੀ ਹਾਲਤ ਕੀ ਹੈ, ਉਹ ਸਾਡੇ ਇੱਥੇ ਆ ਕੇ ਕੰਮ ਕਰਦੇ ਨੇ। ਠੀਕ ਆ, ਤੇ ਸਾਨੂੰ ਇਹ ਕੈਨੇਡਾ ਅਮਰੀਕਾ ਭੇਜਣ ਦੀ ਤਿਆਰੀ ਹੈ। ਸਾਡੀ ਵੀ ਯੂਥ ਆ ਜਿਹੜਾ ਆਰਾਮ ਨਾਲ ਉੱਧਰ ਭੱਜੀ ਜਾਂਦਾ ਹੈ, ਉਹ ਵੀ ਇੱਥੇ ਰਹਿ ਕੇ ਖੁਸ਼ ਨਹੀਂ ਹੈਗਾ, ਕਿਉਂਕਿ ਸਾਨੂੰ ਇੱਥੇ ਕੁਝ ਦਿਖਦਾ ਹੀ ਨਹੀਂ ਗਾ।
ਠੀਕ ਆ। ਤੇ ਅੱਜ ਮੈਨੂੰ ਖੁਸ਼ੀ ਆ ਕਿ 10:30 ਦਾ ਟਾਈਮ ਦਿੱਤਾ ਸੀ, 9:30 ਤੱਕ ਵੀ ਕਾਫੀ ਲੋਕ ਪਹੁੰਚੇ, ਪਰ ਇੱਥੇ ਹੋਰ ਜ਼ਿਆਦਾ ਲੋਕਾਂ ਦੇ ਪਹੁੰਚਣ ਦੀ ਉਮੀਦ ਆ। ਜਿੰਨਾ ਵੀ ਤੁਹਾਡਾ ਸਰਕਲ ਆ, ਸਾਰੇ ਕਿਸੇ ਵੀ ਜਗ੍ਹਾ ਤੇ, ਜ਼ਰੂਰੀ ਨਹੀਂ ਕਿ ਇੱਥੇ ਹੀ, ਕਿਸੇ ਵੀ ਜਗ੍ਹਾ ਤੇ ਜਿੱਥੇ ਵੀ ਲੱਗਦਾ ਆ, ਸਾਨੂੰ ਕਿਸਾਨਾਂ ਦੇ ਨਾਲ ਇਹ ਸੋਚ ਕੇ ਨਹੀਂ ਕਿ ਕਿਸਾਨਾਂ ਦੇ ਨਾਲ ਗੱਲ ਹੈ ਕਿ ਸਾਡਾ ਧਰਨਾ ਆ, ਇਹ ਸਾਡਾ ਹੱਕ ਦਾ ਖੋਣ ਆਇਆ ਤੇ ਅਸੀਂ ਆਪਣਾ ਹੱਕ ਇਹਨਾਂ ਤੋਂ ਖੋ ਕੇ ਲੈਣਾ, ਤੇ ਚਾਹੇ ਸਾਨੂੰ ਫਿਰ ਲੜਨਾ ਪੈ ਜਾਏ, ਚਾਹੇ ਮਰਨਾ ਪੈ ਜਾਏ, ਜੋ ਵੀ ਕਰਨਾ ਪਊਗਾ ਅਸੀਂ ਕਰਾਂਗੇ। ਮੈਂ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦੀ ਹਾਂ, ਕਈ ਲੋਕ ਸਾਨੂੰ ਪੁੱਛਦੇ ਕਿ ਤੁਸੀਂ ਵਕੀਲ ਹੋ ਤਾਂ ਤੁਸੀਂ ਕਾਨੂੰਨੀ ਤਰੀਕੇ ਨਾਲ ਲੜਾਈ ਲੜੋ। ਬਹੁਤ ਲੋਕਾਂ ਨੇ ਕਿਹਾ ਸਾਨੂੰ, ਪਰ ਤੁਸੀਂ ਇੱਕ ਗੱਲ ਸੋਚ ਕੇ ਦੇਖਿਓ, ਜਿਸ ਦੇਸ਼ ਦੀ ਜੁਡੀਸ਼ਰੀ ਪ੍ਰਸ਼ਾਂਤ ਭੂਸ਼ਣ ਵਰਗੇ ਨੂੰ ਸਿਰਫ ਇੱਕ ਗੱਲ ਬੋਲਣ ਤੇ ਕਿ ਉਹ ਜਿਹੜਾ ਚੀਫ ਜਸਟਿਸ ਆ ਉਹਨੇ ਭਾਜਪਾ ਦੇ ਲੀਡਰ ਦਾ ਬਾਈਕ ਚਲਾਇਆ, ਇਸ ਗੱਲ ਦੇ ਉੱਤੇ ਜਿੱਥੇ ਕੋਈ ਕੋਰਟ ਆਫ ਕੰਟੈਂਪਟ ਨਹੀਂ ਬਣਦਾ ਤੇ ਉਹਦੇ ਤੇ ਕੋਰਟ ਦੀ ਮਾਣਹਾਨੀ ਦਾ ਪਰਚਾ ਕਰਕੇ ਉਹਨੂੰ ਸਜ਼ਾ ਦੇ ਦਿੰਦੀ ਆ, ਉਹ ਜੁਡੀਸ਼ਰੀ ਸਾਡੇ ਲਈ ਨਿਆਂ ਕਰੂਗੀ, ਜਿਹੜੀ ਜੁਡੀਸ਼ਰੀ ਆਲਰੇਡੀ ਮੋਦੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਆ। ਇੱਥੇ ਲੜਾਈ ਸਾਨੂੰ ਐਡਾ ਧਰਨੇ ਲਾ ਕੇ ਸਰਕਾਰ ਦਾ ਬਿਲਕੁਲ ਵਿਰੋਧ ਕਰਕੇ ਹੀ ਕਰਨਾ ਪਊਗਾ। ਇੱਥੇ ਸਾਨੂੰ ਇਹ ਨਹੀਂ ਸੋਚਣਾ ਸੀ। ਇੱਕ ਗੱਲ ਹੋਰ, ਮੈਂ ਨਾ ਕੱਲ ਦੀ ਸੋਸ਼ਲ ਮੀਡੀਆ ਤੇ ਦੇਖ ਰਹੀ ਹਾਂ, ਮੈਂ ਪਹਿਲਾਂ ਬਾਹਲੀ ਐਕਟਿਵ ਨਹੀਂ ਸੀਗੀ ਤੇ ਥੋੜੀ ਤਬੀਅਤ ਢਿੱਲੀ ਸੀਗੀ, ਬਿਮਾਰ ਸੀ, ਟਾਈਫਾਈਡ ਹੋਇਆ ਸੀ, ਤੇ ਮੈਂ ਨਾ ਕੱਲ ਤੋਂ ਦੇਖ ਰਹੀ ਹਾਂ, ਜਦੋਂ ਅਸੀਂ ਲੱਗੇ ਤੇ ਦੇਖਿਆ ਕਿ ਮਜ਼ਦੂਰਾਂ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬੋਲਿਆ ਜਾ ਰਿਹਾ ਕਿ ਤਾਂ ਕਿਸਾਨ ਇੱਕ ਹੈਗਾ ਕੋਈ ਲੁਧਿਆਣੇ ਤੋਂ ਬੇਕੂਫ ਜਿਹਾ ਬੰਦਾ ਆ, ਉਹ ਕਹਿੰਦਾ ਕਿ ਕਿਸਾਨ ਇਹ ਮਤਲਬ ਉਹ ਸਿਰਫ ਕਿਸਾਨਾਂ ਨੂੰ ਜੱਟ ਦੇ ਨਾਂ ਨਾਲ ਦੇਖ ਰਹੇ ਆ। ਕਿਸਾਨ ਕੋਈ ਜੱਟ ਨਹੀਂ ਹੈਗਾ, ਕਿਸਾਨ ਹਰ ਧਰਮ ਜਾਤ ਦਾ ਬੰਦਾ ਆ ਜਿਹੜਾ ਖੇਤੀ ਕਰਦਾ ਆ, ਠੀਕ ਹੈ। ਇਹ ਜਿਹੜੇ ਅਸੀਂ ਜੱਟਾਂ ਦੇ ਨਾਲ ਦੇ ਜੱਟਵਾਦ ਉਹਦੇ ਵਿੱਚ ਲਿਆ ਕੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਗਲਤ ਆ। ਚਾਹੇ ਮੈਂ ਵੀ ਉਹਦੇ ਨਾਲ ਸੰਬੰਧ ਰੱਖਦੀ ਹਾਂ, ਪਰ ਅਸੀਂ ਸਾਰੇ ਪੰਜਾਬੀ, ਅਸੀਂ ਸਾਰੇ ਕਿਸਾਨ ਆ ਤੇ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ। ਸੋ ਇਹ ਗੱਲ ਸਮਝਣ ਦੀ ਲੋੜ ਆ ਤੇ ਕਿਰਤੀ ਮਜ਼ਦੂਰਾਂ ਨੂੰ ਇਹ ਗੱਲ ਬੋਲੀ ਜਾ ਰਹੀ ਆ ਕਿ ਕਿਸਾਨ ਤੁਹਾਡਾ ਹੱਕ ਮਾਰਦੇ ਰਹੇ ਨੇ। ਇਹ ਗੱਲ ਵੀ ਚੱਲ ਰਹੀ ਆ ਕਿ ਜੇ 1000 ਰੁਪਇਆ ਮਜ਼ਦੂਰੀ ਮਿਲੂਗੀ ਤਾਂ ਮਜ਼ਦੂਰ ਆ ਜਿਹੜੇ ਨਾਲ ਆ ਕੇ ਖੜਨਗੇ। ਸੋ ਇਹ ਚੀਜ਼ਾਂ ਬੜੀਆਂ ਗਲਤ ਤਰੀਕੇ ਨਾਲ ਨਾ ਸਾਡੇ ਵਿੱਚ ਉਹ ਤੁਹਾਨੂੰ ਪਤਾ ਹੀ ਹੈ ਨਾ, ਪਾੜੇ ਤੇ ਰਾਜ ਕਰੋ। ਸੋ ਉਹ ਚੀਜ਼ਾਂ ਹੋਣ ਲੱਗੀਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ। ਇਹ ਜਦੋਂ ਵੀ ਸਿਆਸਤ ਨੇ ਕਿਸੇ ਨੂੰ, ਜਦੋਂ ਵੀ ਸਰਕਾਰਾਂ ਨੇ ਕਿਸੇ ਨੂੰ ਤੋੜਨਾ ਹੁੰਦਾ ਨਾ, ਉਹਨਾਂ ਦੇ ਵਿੱਚ ਪਾੜੇ ਤੇ ਰਾਜ ਕਰੋ ਦੀ ਜਿਹੜੀ ਹੈਗੀ ਆ ਨੀਤੀ ਉਹ ਬਣਾਉਂਦੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਆ। ਸੋ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਲਈ ਕਿਸਾਨਾਂ ਤੇ ਜਿਹੜੇ ਹੋਰ ਮਤਲਬ ਲਾਓ ਬਾਣੀਆਂ, ਮਤਲਬ ਜੋ ਦੁਕਾਨਦਾਰ ਜਾਂ ਹੋਰ ਨੇ, ਉਹਨਾਂ ਦੇ ਵਿੱਚ ਪਾੜਾ ਪਾਉਣ ਦੀ ਖਾਤਰ ਨਵੀਆਂ ਨੀਤੀਆਂ ਘੜੀਆਂ ਜਾ ਰਹੀਆਂ ਨੇ, ਨਵੀਂ ਸੋਸ਼ਲ ਮੀਡੀਆ ਤੇ ਪਲੈਨਿੰਗ ਹੋ ਰਹੀ ਆ। ਅੱਛਾ, ਇੱਕ ਚੀਜ਼ ਹੋਰ ਵੀ ਆ ਰਹੀ ਆ, ਕਈ ਲੋਕ ਇਹ ਬੋਲ ਰਹੇ ਕਿ ਬਿੱਲ ਬੜਾ ਚੰਗਾ ਆ, ਲੋਕਾਂ ਨੂੰ ਇਹ ਵੀ ਗੁੰਮਰਾਹ ਕੀਤਾ ਜਾ ਰਿਹਾ। ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਲੋਕ ਬਿਨਾਂ ਗੱਲ ਤੋਂ, ਇਹਦਾ ਸਰਕਾਰਾਂ ਮੋਦੀ ਦੇ ਬਿਨਾਂ ਗੱਲ ਤੋਂ ਵਿਰੋਧ ਕਰ ਰਹੀਆਂ, ਇਸ ਬਿੱਲ ਨਾਲ ਬਹੁਤ ਫਾਇਦਾ ਹੋਣ ਜਾ ਰਿਹਾ ਆ। ਸੋ ਜਿਹੜੀਆਂ ਚੀਜ਼ਾਂ ਨਾਲ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ, ਸਾਨੂੰ ਉਹਨਾਂ ਗੱਲਾਂ ਤੋਂ ਬਚਣ ਦੀ ਲੋੜ ਆ ਤੇ ਵੱਧ ਤੋਂ ਵੱਧ ਇਸ ਚੀਜ਼ ਦਾ ਪ੍ਰਚਾਰ ਕਰਨ ਦੀ ਲੋੜ ਆ। ਇਸ ਟਾਈਮ ਸਾਨੂੰ ਏਕੇ ਦੀ ਲੋੜ ਆ। ਅਸੀਂ ਕਿਸੇ ਵੀ ਪਾੜੇ ਤੇ ਰਾਜ ਕਰੋ ਦੀ ਜਿਹੜੀ ਵੀ ਇਹਨਾਂ ਦੀ ਨੀਤੀ ਆ, ਉਹਨੂੰ ਸਾਡੇ ਵਿੱਚ ਨਹੀਂ ਆਉਣ ਦੇਣਾ। ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਇੱਥੇ ਆ ਰਹੀ ਆ, ਰਹੀਮ ਸਿੰਘ ਜੀ ਹੈਗੇ ਨੇ, ਉਹ ਨਾ ਗ੍ਰਾਮ ਪੰਚਾਇਤ ਦੇ ਜਿਹੜੇ ਉਹਦੇ ਕੰਮ ਕਰ ਰਹੇ ਨੇ, ਗ੍ਰਾਮ ਪੰਚਾਇਤ ਦੇ ਲਾਅ ਦੇ ਮਾਹਿਰ ਨੇ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਗ੍ਰਾਮ ਪੰਚਾਇਤ ਦੀ ਸਭਾ ਬੁਲਾ ਕੇ ਗ੍ਰਾਮ ਪੰਚਾਇਤ ਵੱਲੋਂ ਮਤੇ ਪਾਸ ਕਰਾ ਕੇ ਜਿਹੜਾ BDPO ਤੱਕ ਪਹੁੰਚਦਾ ਕਰਕੇ ਤੇ ਆਪਾਂ ਉਸ ਚੀਜ਼ ਨੂੰ ਇੱਕ ਬੜਾ ਵੱਡਾ ਐਵੀਡੈਂਸ ਲੈ ਕੇ ਚੱਲ ਸਕਦੇ ਆ। ਸੋ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਅੱਗੇ ਜਿੰਨੇ ਵੀ ਹੈਗੇ ਆ ਗ੍ਰਾਮ ਸਭਾ ਵੱਲੋਂ ਮਤੇ ਪਾਸ ਕਰਾਉਣੇ ਇਸ ਕਾਨੂੰਨ ਦੇ ਵਿਰੁੱਧ। ਸੋ ਜੇ ਆਪਾਂ ਇਹ ਚੀਜ਼ ਨੂੰ ਵੀ ਨੇਪਰੇ ਚਾੜਾਂਗੇ, ਇਸ ਚੀਜ਼ ਨਾਲ ਬਹੁਤ ਜਿਹੜਾ ਹੈਗਾ ਆ ਸਾਡਾ ਬੈਨੀਫਿਟ ਹੋ ਜਾਊਗਾ। ਜਿਹੜਾ ਆਪਣਾ ਸਰਕਾਰੀ ਵਕੀਲ ਹੈਗਾ ਆ ਪੰਜਾਬ ਦਾ, ਉਹ ਅਤੁਲ ਨੰਦਾ, ਤੇ ਉਹਨੇ ਪਿੱਛੇ ਜੇ ਆਰਟੀਕਲ ਦੇ ਵਿੱਚ ਲਿਖਿਆ ਸੀਗਾ, ਉਹ ਆਰਟੀਕਲ ਆਇਆ ਸੀਗਾ ਕਿ ਜਿਹੜਾ ਐਗਰੀਕਲਚਰ ਆ, ਜਿਹੜਾ ਖੇਤੀਬਾੜੀ ਆ, 3 ਲਿਸਟਾਂ ਹੁੰਦੀਆਂ ਨੇ ਕਾਨੂੰਨ ਬਣਾਉਣ ਦੀਆਂ। ਬਹੁਤੇ ਲੋਕਾਂ ਨੂੰ ਜੇ ਨਹੀਂ ਪਤਾ ਹੈਗਾ ਤਾਂ ਇੱਕ ਸਟੇਟ ਲਿਸਟ ਹੁੰਦੀ ਆ, ਰਾਜ ਸੂਚੀ, ਠੀਕ ਹੈ, ਇੱਕ ਕਨਕਰੈਂਟ ਲਿਸਟ ਹੁੰਦੀ ਆ, ਸਾਂਝੀ ਸੂਚੀ ਹੁੰਦੀ ਆ, ਤੇ ਇੱਕ ਸੈਂਟਰਲ ਲਿਸਟ ਹੁੰਦੀ ਆ। ਜਿਹੜਾ ਖੇਤੀਬਾੜੀ ਉਹਦੇ ਅਕੋਰਡਿੰਗ ਤੋਂ ਕਹਿੰਦਾ ਖੇਤੀਬਾੜੀ ਜਿਹੜਾ ਹੈਗਾ ਆ ਕਿ ਉਹ ਸਟੇਟ ਦਾ ਜਿਹੜਾ ਹੈਗਾ ਆ ਵਿਸ਼ਾ ਆ, ਤੇ ਸਟੇਟ ਦੇ ਵਿਸ਼ੇ
ਸੈਂਟਰ ਜਿਹੜੀ ਹੈਗੀ ਆ ਗਵਰਨਮੈਂਟ ਲਾਅ ਨਹੀਂ ਬਣਾ ਸਕਦੀ। ਜੋ ਲਾਅ ਬਣਾਇਆ ਗਿਆ ਇਹ ਟੋਟਲੀ ਅਨਕਨਸਟੀਟਿਊਸ਼ਨਲ ਆ ਸੰਵਿਧਾਨਿਕ ਆ ਇਹ। ਸੋ ਇਸ ਚੀਜ਼ ਦਾ ਵੀ ਅਸੀਂ ਵਿਰੋਧ ਕਰ ਸਕਦੇ ਆ, ਪਰ ਸਾਨੂੰ ਸੁਪਰੀਮ ਕੋਰਟ ਤੋਂ ਕੋਈ ਬਹੁਤੀ ਉਮੀਦ ਨਹੀਂ ਹੈਗੀ। ਇਸ ਲਈ ਸਾਡੇ ਜਿਹੜੇ ਹੈਗੀ ਆ ਧਰਨੇ ਲਾ ਲਓ ਜਾਂ ਸਾਡੇ ਜਿਹੜੇ ਇਹਨਾਂ ਦੇ ਨਾਲ ਲੜਾਂਗੇ ਨਾ ਜਿਹੜੇ ਅਸੀਂ, ਉਸੇ ਚੀਜ਼ ਨੇ ਸਾਨੂੰ ਫਾਇਦਾ ਦੇਣਾ ਆ। ਸੋ ਮੈਨੂੰ ਉਮੀਦ ਆ ਕਿ ਅਸੀਂ ਏਦਾਂ ਹੀ ਜੋਸ਼ ਲੈ ਕੇ ਜਿੰਨੀ ਦੇਰ ਵੀ ਸਾਨੂੰ ਧਰਨਾ ਲਾਉਣਾ ਪਿਆ ਸੀ ਆਪਣੇ ਨਿੱਜੀ ਹਿੱਤਾਂ ਤੋਂ, ਆਪਣੇ ਨਿੱਜੀ ਝੰਡਿਆਂ ਤੋਂ, ਠੀਕ ਹੈ, ਸਾਡੀਆਂ ਨਿੱਜੀ ਜਿਹੜੀਆਂ ਵੀ ਪਾਰਟੀਆਂ ਦੇ ਨਾਲ ਜਾਂ ਕਿਸੇ ਚੀਜ਼ ਨਾਲ ਵੀ ਸੰਬੰਧ ਨੇ ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਿਰਫ ਕਿਸਾਨੀ ਤੇ ਕਿਸਾਨੀ ਦੇ ਨਾਲ ਜੁੜਾਂਗੇ, ਇਹ ਸੋਚ ਕੇ ਕਿ ਅਸੀਂ ਆਪ ਕਿਸਾਨ ਆ। ਤੇ ਇੰਨਾ ਬੋਲਦੀ ਹੋਈ ਮੈਂ ਖਿਮਾ ਦੀ ਜਾਚਕ, ਜੇ ਕੁਝ ਗਲਤ ਬੋਲਿਆ ਗਿਆ ਹੋਏ ਮਾਫ ਕਰਿਓ। ਬਾਕੀ ਗੱਲ ਇਹ ਆ ਕਿ ਇੱਕੋ ਚੀਜ਼ ਆ, ਬਿਲਕੁਲ ਇੱਕ ਸਲੋਗਨ ਆ, ਵਿਰੋਧ ਹੁਣ ਬੇਅੰਤ ਹੋਊਗਾ, ਮੋਦੀ ਤੇਰਾ ਵਿਰੋਧ ਹੁਣ ਬੇਅੰਤ ਹੋਊਗਾ, ਆਹੀ ਚੀਜ਼ ਅਸੀਂ ਰੱਖਣੀ ਆ, ਅਸੀਂ ਮੋਦੀ ਦਾ ਅੰਤ ਕਰਨਾ ਆ। ਸੋ ਇਹ ਸੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ, ਤੁਸੀਂ ਸੁਣ ਰਹੇ ਸੀ। ਦੋਸਤੋ ਆਪਾਂ ਲੰਮਾ ਸਮਾਂ ਜਾਣਾ ਹੈ, ਲੰਮਾ ਸਮਾਂ ਧਰਨਾ ਚੱਲਦਾ ਹੈ। ਸੋ ਬੇਨਤੀ ਹੈ ਕਿ ਆਰਾਮ ਨਾਲ ਆਪਾਂ ਬੈਠ ਜਾਈਏ। ਜਿਹੜੇ ਵੀਰ ਪਿੱਛੇ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਮੂਹਰੇ ਆ ਜਾਣ। ਬਾਕੀ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਲੰਗਰ ਅਤੇ ਪਾਣੀ ਦਾ ਪ੍ਰਬੰਧ ਖਾਲਸਾ ਏਡ ਵੱਲੋਂ ਕੀਤਾ ਗਿਆ ਹੈ। ਜਿੱਥੇ ਜਿੱਥੇ ਤੁਸੀਂ ਹੋ ਤੁਹਾਡੇ ਤੱਕ ਪਹੁੰਚਦਾ ਕੀਤਾ ਜਾਵੇਗਾ। ਹੁਣ ਮੈਂ ਬੇਨਤੀ ਕਰਦਾ ਐਡਵੋਕੇਟ ਹਾਕਮ ਸਿੰਘ ਜੀ, ਬਾਈ ਹੁਣੀ 4 ਨਾਰੇ ਲਾਉਣਗੇ ਤੇ ਸਾਡੇ ਜੋਸ਼ ਭਰਨ ਦੀ ਕੋਸ਼ਿਸ਼ ਕਰਨਗੇ। ਬਾਈ ਹਾਕਮ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਲੋਕ ਇੱਥੇ ਚੱਲ ਕੇ ਆਏ ਨੇ, ਜਿਵੇਂ ਰਾਤੀ ਵੀ ਮੈਨੂੰ ਫੋਨ ਆ ਰਹੇ ਸੀਗੇ, ਕੋਈ ਨਾ ਬਜ਼ੁਰਗ ਕਹਿ ਰਿਹਾ ਸੀ, ਕਹਿੰਦਾ ਮੈਂ ਨਾ ਸਰ ਟ੍ਰੇਨ ਦੇ ਵਿੱਚ ਬਹਿ ਗਿਆ ਵਾਂ, ਕੋਈ ਬੰਦਾ ਕਹਿ ਰਿਹਾ ਸੀ ਕਹਿੰਦਾ ਮੈਂ ਨਾ ਬੱਸ ਦੇ ਵਿੱਚ ਬਹਿ ਗਿਆ ਵਾਂ, ਮੈਨੂੰ ਦੱਸੋ ਅਸੀਂ ਕਿੱਥੇ ਪਹੁੰਚਣਾ ਹੈ। ਜਿਹੜੇ ਵੀ ਲੋਕ ਦੂਰੋਂ ਦੂਰੋਂ ਚੱਲ ਕੇ ਆਏ ਨੇ ਉਹਨਾਂ ਸਾਰਿਆਂ ਦੇ ਮੈਂ ਨਾ ਪੈਰਾਂ ਦੇ ਵਿੱਚ ਦੋਨੋਂ ਹੱਥ ਜੋੜ ਕੇ ਤੁਹਾਨੂੰ ਸਭ ਨੂੰ ਧੰਨਵਾਦ, ਤੁਹਾਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਾ ਮੀਡੀਆ ਦੇ ਵਿੱਚ ਦੇਖਦੇ ਹੁੰਦੇ ਆ, ਕੋਈ ਲੋਕੀ ਕਹਿੰਦੇ ਨੇ ਕਿ ਇਹ ਨਾ ਜਿਹੜੀ ਕੰਪਨੀ 'ਚ ਹੁੰਦੀਆਂ ਜਾਂ ਪਾਰਟੀਆਂ ਹੁੰਦੀਆਂ ਨੇ ਉਹਨਾਂ ਦੀ ਨਾ TRP ਕਰਦੇ ਨੇ, ਉਹਨਾਂ ਨੂੰ ਪ੍ਰਮੋਟ ਕਰਦੇ ਨੇ, ਯੁਵਾ ਜਿਹੜਾ ਖਿੱਚਿਆ ਜਾਂਦਾ। ਔਰ ਤੁਸੀਂ ਇਹ ਦੇਖੋ ਜਿਹੜੇ ਲੋਕ ਇੱਥੇ ਆਏ ਨੇ ਉਹਨਾਂ ਦਾ ਕਿਸੇ ਅਕਾਲੀ ਦਲ ਦੇ ਨਾਲ ਨਹੀਂ, ਕਿਸੇ ਕਾਂਗਰਸ ਨਾਲ ਨਹੀਂ, ਕਿਸੇ ਆਮ ਆਦਮੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਔਰ ਇੱਕ ਗੱਲ ਜਿਹੜੀ ਆਪਾਂ ਨੂੰ ਬੇਸਿਕਲੀ ਜਾਣਨੀ ਜ਼ਰੂਰੀ ਹੈ ਕਿ ਜਿਹੜੀਆਂ ਵੀ ਪਾਰਟੀਆਂ ਦਿੱਲੀ ਦੇ ਨਾਲ ਜੁੜੀਆਂ ਨੇ ਉਹ ਸਿਰਫ ਔਰ ਸਿਰਫ ਪੰਜਾਬ ਦਾ ਸ਼ੋਸ਼ਣ ਕਰ ਸਕਦੀਆਂ ਨੇ। ਉਹ ਪੰਜਾਬ ਦਾ ਨਾਮ ਉਹਨਾਂ ਨੇ ਪਹਿਲਾਂ ਭਲਾ ਕੀਤਾ ਸੀ, ਨਾ ਹੁਣ ਕੀਤਾ, ਨਾ ਅੱਗੇ ਕਰਨਗੀਆਂ। ਇੱਥੇ ਜਿੰਨੇ ਵੀ ਲੋਕ ਆਏ ਨੇ, ਹੁਣ ਦੇਖੋ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ, ਜਿਹੜਾ ਆਰਡੀਨੈਂਸ, ਕਈ ਵਾਰ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਆਰਡੀਨੈਂਸ ਹੈ ਕੀ। ਮੈਂ ਸਿਰਫ 2 ਮਿੰਟ ਲਾਂਗਾ ਤੁਹਾਨੂੰ ਆਰਡੀਨੈਂਸ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜਿਹੜੀ ਅਗਰ ਕਿਸੇ ਨੇ ਵੀ ਕਿਸਾਨ ਦੀ ਫਸਲ ਨੂੰ ਖਰੀਦ ਕਰਨਾ, ਉਹਦੇ ਕੋਲ ਇੱਕ ਪੈਨ ਕਾਰਡ ਹੋਣਾ ਜ਼ਰੂਰੀ ਹੈ, ਉਹ ਕਿਸਾਨ ਦੀ ਫਸਲ ਨੂੰ ਖਰੀਦ ਕਰ ਸਕਦਾ। ਔਰ 3 ਦਿਨਾਂ ਦੇ ਵਿੱਚ ਉਹਨੂੰ ਅਦਾਇਗੀ ਕਰਨੀ ਹੋਏਗੀ। ਅਗਰ ਕੋਈ ਅਦਾਇਗੀ ਨਹੀਂ ਕਰਦਾਗਾ ਤਾਂ ਉਹਦੀ ਅਪੀਲ ਜਿਹੜੀ SDM ਦੇ ਕੋਲ ਹੋਏਗੀ, ਫਿਰ ਉਸ ਤੋਂ ਬਾਅਦ DC ਦੇ ਕੋਲ ਹੋਏਗੀ। ਕੀ ਤੁਹਾਨੂੰ ਲੱਗਦਾ ਕਿ DC ਜਾਂ SDM ਦੇ ਵਿੱਚ ਇਹਨਾਂ ਗੁਰਦਾ ਹੈਗਾ ਕਿ ਇਹਨੇ ਕਾਰਪੋਰੇਟ ਲੋਕ ਜਿਹੜੇ ਜਿੱਥੇ ਕਿ ਸੁਪਰੀਮ ਕੋਰਟ ਤੱਕ ਜਿਨ੍ਹਾਂ ਦੇ ਅੱਗੇ ਘੁਟਨੇ ਟੇਕ ਗਿਆ ਹੋਵੇ ਉਹ ਕਿਸਾਨ ਦੀ ਫਸਲ ਦੀ ਅਦਾਇਗੀ ਦਵਾ ਸਕਦੇ ਨੇ? ਔਰ ਦੂਜੀ ਗੱਲ, ਇਹਨਾਂ ਨੇ ਜਿਹੜਾ ਐਸੈਂਸ਼ੀਅਲ ਕਮੋਡੇਸ਼ਨ ਐਕਟ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਬਦਲਾਅ ਕੀਤਾ। ਕਿਸਾਨ ਜਿਹੜਾ ਹੈਗਾ ਉਹਦੇ ਕੋਲ ਉਹ ਵਿਚਾਰਾ ਇੰਨਾ ਕਰਜ਼ਾਈ ਹੈ ਕਿ ਉਹਦੇ ਕੋਲ 1 ਮਿੰਟ ਵੀ ਨਹੀਂ ਹੁੰਦਾ ਆਪਣੀ ਫਸਲ ਨੂੰ ਰੱਖਣ ਦਾ। ਜਿਹੜੇ ਅੰਬਾਨੀ ਨੇ ਇਹਨਾਂ ਨੇ ਇਹ ਲਿਮਟਾਂ ਸਾਰੀਆਂ ਬੰਦ ਕਰ ਦਿੱਤੀਆਂ, ਖੋਲ ਦਿੱਤੀਆਂ ਨੇ। ਜਿੰਨੇ ਵੀ ਅੰਬਾਨੀ ਅਡਾਨੀ ਜਿੰਨਾ ਵੀ ਜੀ ਕਰਦਾ ਇਹ ਉਹਨਾਂ ਚਾਰਾ ਭੰਡਾਰਨ ਕਰ ਸਕਦੇ ਨੇ। ਇਹ ਪਹਿਲੇ ਕੀ ਕਰਨਗੇ, ਜਦੋਂ ਵੀ ਵਾਲਮਾਰਟ ਆਉਂਦੇ ਨੇ, ਕਿਸੇ ਵੀ ਦੇਸ਼ ਦੇ ਵਿੱਚ ਆਉਂਦੇ ਨੇ, ਉਹ ਪਹਿਲੇ 2-3 ਸਾਲ ਲੋਕਾਂ ਨੂੰ ਚੀਜ਼ਾਂ ਸਸਤੀਆਂ ਦਿੰਦੇ ਨੇ। ਜਦੋਂ ਵਿਚਲਾ ਵਪਾਰੀ ਖਤਮ ਹੋ ਜਾਂਦਾ ਉਸ ਤੋਂ ਬਾਅਦ ਇਹ ਚੀਜ਼ਾਂ ਦੇ ਰੇਟ ਵਧਾ ਦਿੰਦੇ ਨੇ। ਬਟ ਭਾਜੀ ਕਿੰਨਾ ਕੁ ਪ੍ਰਬੰਧ ਕੀਤਾ ਗਿਆ ਕਿ ਇਸ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਅੱਜ ਤੁਸੀਂ ਆਪਣਾ ਸਮਰਥਨ ਕਰ ਰਹੇ ਹੋ? ਅਸੀਂ ਜੀ ਖਾਲਸਾ ਏਡ ਵੱਲੋਂ ਜਿੱਥੇ ਵੀ ਕਿਤੇ ਸੰਗਤ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੁੰਦੀ ਹੈ, ਜਿੱਥੇ ਵੀ ਕੋਈ ਇਕੱਠਾ ਜਾਂ ਕੋਈ ਡਿਜ਼ਾਸਟਰ ਖਾਲਸਾ ਏਡ ਹਰ ਜਗ੍ਹਾ ਪਹੁੰਚਦੀ ਹੈ। ਸੋ ਇੱਥੇ ਵੀ ਸਾਨੂੰ ਪਤਾ ਲੱਗਿਆ ਸੀਗਾ ਸ਼ੰਭੂ ਬਾਰਡਰ ਤੇ ਮਾਨਸਾ, ਬਰਨਾਲਾ, ਨਾਭਾ, ਜਲੰਧਰ ਕਈ ਥਾਵਾਂ ਤੇ ਜਿਹੜਾ ਕਿਸਾਨ ਵੀਰਾਂ ਦਾ ਇਕੱਠ ਹੈ। ਅਸੀਂ ਹਮੇਸ਼ਾ ਕਿਸਾਨ ਵੀਰਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਸਾਡੀ ਸੰਸਥਾ ਹੋਂਦ ਵਿੱਚ ਆਈ, ਅਸੀਂ ਹਰ ਪ੍ਰੋਗਰਾਮ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੰਨੀ ਪਰਮਾਤਮਾ ਸਾਨੂੰ ਬਲ ਬਖਸ਼ਦਾ, ਜਿੰਨਾ ਸਾਨੂੰ ਦਿਮਾਗ ਬਖਸ਼ਦਾ, ਉਸ ਹਿਸਾਬ ਨਾਲ ਪ੍ਰਬੰਧ ਕਰਦੇ ਹਾਂ, ਪਹੁੰਚਦੇ ਜਗ੍ਹਾ ਤੇ। ਸੋ ਜਿਵੇਂ ਤੁਹਾਨੂੰ ਪਤਾ ਪਹਿਲਾਂ ਪੰਜਾਬ ਦੇ ਵਿੱਚ ਪਹਿਲਾਂ ਵੀ ਜਦੋਂ ਕੋਈ ਹੜ੍ਹ ਆਏ ਸੀ ਅਸੀਂ ਉਦੋਂ ਵੀ ਕਿਸਾਨ ਵੀਰਾਂ ਨਾਲ ਖੜੇ ਸੀ। ਅੱਜ ਵੀ ਜਦੋਂ ਕਿਸਾਨ ਵੀਰ ਸੜਕਾਂ ਤੇ ਆਏ ਆ ਕਿਸੇ ਆਪਣੀ ਸਮੱਸਿਆਵਾਂ ਲੈ ਕੇ,
ਸਾਡਾ ਮਕਸਦ ਟੈਰਰਿਜ਼ਮ ਤੋਂ ਬਾਅਦ ਇਹਨਾਂ ਦੀ ਜਿਹੜਾ ਸੇਵਾ 'ਚ ਨਾਰਕੋਟਿਕ ਹਾਜ਼ਰ ਰਹਿਣਾ। ਟੈਰਰਿਜ਼ਮ ਜਿਹੜਾ ਸੋ ਅਸੀਂ ਅੱਜ ਇੱਥੇ ਸ਼ੰਭੂ ਬਾਰਡਰ ਤੇ ਜਿਹੜਾ ਸਾਡਾ ਟੈਰਰਿਜ਼ਮ ਦਾ ਟੈਰਰਿਜ਼ਮ ਉਸ ਤੋਂ ਬਾਅਦ ਉਹਦੇ ਵਿੱਚ ਅਸੀਂ ਨਸ਼ੇ ਸਪਲਾਈ ਕਰਕੇ ਜਿਹੜੀ ਪੰਜਾਬ ਦੀ ਯੂਥ ਨੂੰ ਇਹਨਾਂ ਨੇ ਪਾਣੀ ਜਾਂ ਹੋਰ ਖਾਣ ਦਿੱਲੀ ਪੀਣ ਦਾ ਸਰਕਾਰ ਦੀ ਪ੍ਰਬੰਧ ਦਾ ਪੂਰਾ ਪਹਿਲੋਂ ਤੋਂ ਲੈ ਕੇ ਹੀ ਇਹ ਦੱਸਿਆ ਰਿਹਾ ਹੈ ਕਿ ਜਿੱਥੇ ਵੀਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਤੇ ਇਸ ਧਰਨੇ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਖਾਲਸਾ ਏਡ ਉਦਾਂ ਇਦਾਂ ਦੇ ਮਸਲਿਆਂ 'ਚ ਨਹੀਂ ਪੈਂਦੀ, ਸਿਆਸਤ 'ਚ ਨਹੀਂ ਪੈਂਦੀ, ਪਰ ਇਸ ਵੇਲੇ ਗੱਲ ਕਿਸਾਨਾਂ ਦੀ ਆ ਗਈ ਬਾਈ ਜੀ। ਨਹੀਂ, ਮੈਂ ਤੁਹਾਨੂੰ ਕਲੀਅਰ ਕਰਦਾ ਜੀ, ਅਸੀਂ ਸਾਡਾ ਜਿਹੜਾ ਭਾਈ ਕਨ੍ਹਈਆ ਜੀ ਦਾ ਮਿਸ਼ਨ ਹੈ, ਸੇਵਾ ਦਾ ਮਿਸ਼ਨ ਹੈ। ਅਸੀਂ ਧਰਨੇ ਦਾ ਨਾ ਵਿਰੋਧ ਕਰ ਰਹੇ ਹਾਂ, ਨਾ ਸਮਰਥਨ ਕਰ ਰਹੇ ਹਾਂ ਬੀਇੰਗ ਖਾਲਸਾ ਏਡ। ਇੰਡੀਵਿਜੂਅਲੀ ਮੇਰੀ ਕੋਈ ਇਹਨਾਂ ਨਾਲ ਕੋਈ ਹੋ ਸਕਦੀ ਹਮਦਰਦੀ ਹੋ ਸਕਦੀ ਹੈ, ਪਰ ਖਾਲਸਾ ਏਡ ਸੰਸਥਾ ਇਹਨਾਂ ਵੀਰਾਂ ਦੇ ਨਾਲ ਇਸ ਕਰਕੇ ਕਿਉਂਕਿ ਇੱਥੇ ਬੈਠਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ, ਕਿਉਂਕਿ ਭਾਰੀ ਇਕੱਠ ਹੋ ਰਿਹਾ ਤਾਂ ਇਹਨਾਂ ਵੀਰਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਖਾਣ ਪੀਣ 'ਚ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਪ੍ਰੋਬਲਮ ਨਾ ਆਵੇ, ਇਸ ਕਰਕੇ ਅਸੀਂ ਇਹਨਾਂ ਨੂੰ ਸੇਵਾ ਦੇ ਤੌਰ ਤੇ ਇਹਨਾਂ ਵੀਰਾਂ ਦੇ ਨਾਲ ਜੁੜੇ ਹੋਏ ਹਾਂ। ਕੀ ਲੱਗਦਾ ਕਿ ਇਸ ਪ੍ਰੋਟੈਸਟ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਆਪਣੇ ਅੰਦੋਲਨ ਨੂੰ ਜਾਂ ਇਸ ਤੋਂ ਬਾਅਦ ਜਿਹੜਾ ਆਪਾਂ ਚੱਕਾ ਜਾਮ ਕਰਨਾ ਉਹਨੂੰ ਸਿਆਸੀ ਕਰਨ ਵਾਸਤੇ ਕੁਝ ਲੋਕ ਜਿਹੜੇ ਨੇ ਉਹ ਗਲਤ ਹਰਕਤ ਵੀ ਕਰ ਸਕਦੇ ਨੇ। ਤੁਸੀਂ ਆਪਣੇ ਆਪ ਉੱਤੇ ਕੰਟਰੋਲ ਰੱਖਣਾ ਤਾਂ ਜੋ ਲੜਾਈ ਆਪਾਂ ਲੰਮੀ ਦੇਖਿਆ ਜਾਵੇ ਖਾਲਸਾ ਏਡ ਇਹ ਜਿਹੜੀ ਲੜਾਈ ਹੈ ਇਹ ਕਿਸੇ ਪਾਰਟੀ ਦੀ ਲੜਾਈ ਨਹੀਂ, ਕਿਸੇ ਸੰਸਥਾ ਦੀ ਲੜਾਈ ਨਹੀਂ, ਇਹ ਉਹਨਾਂ ਪੰਜਾਬੀਆਂ ਦੀ ਲੜਾਈ ਹੈ ਜਿਨ੍ਹਾਂ ਨੂੰ ਅੰਦਰੋਂ ਦੁੱਖ ਮਹਿਸੂਸ ਹੋਇਆ ਉਹ ਲੜ ਰਹੇ ਨੇ। ਮੈਂ ਤੁਹਾਡੇ ਕੋਲੋਂ ਦੋ ਨਾਰੇ ਲਵਾਉਂਦਾ ਹੋਇਆ ਇਸ ਤੋਂ ਬਾਅਦ ਸੁਖ ਜਗਰਾਵਾਂ ਜੀ ਨੂੰ ਜਿਹੜਾ ਮਾਈਕ ਦੇਵਾਂਗਾ। ਪਹਿਲਾ ਨਾਰਾ ਦਿੱਲੀਏ ਤੇਰੇ ਕੰਮ ਨਿਕੰਮੇ ਫੇਰ ਕਹੇਗੀ ਖਾੜਕੂ ਜੰਮੇ। ਦਿੱਲੀਏ ਨਹੀਂ ਤੇਰੇ ਕੰਮ ਨਿਕੰਮੇ, ਦਿੱਲੀਏ ਨਹੀਂ ਤੇਰੇ ਕੰਮ ਨਿਕੰਮੇ। ਫਿਲਹਾਲ ਹੋਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸ਼ੰਭੂ ਬਾਰਡਰ ਕਿਸਾਨ